ਤੇ ਬੱਚਾ ਜਦੋਂ ਅੰਦਰ ਬਣ ਰਿਹਾ ਹੁੰਦਾ ਸਭ ਤੋਂ ਪਹਿਲਾਂ ਬ੍ਰੇਨ ਦੀ ਜਿਹੜੀ ਅੱਖ ਤਾਂ ਉਹਦੀ ਖੁੱਲ੍ਹਦੀ ਨਹੀਂ, ਟੇਸਟ ਵੀ ਨਹੀਂ ਉਹਦਾ ਹੁੰਦਾ, ਪਾਣੀ 'ਚ ਹੁੰਦਾ ਉਹ, ਪਰ ਜਿਹੜੀ ਚੀਜ਼ ਚੱਲਣੀ ਸ਼ੁਰੂ ਹੋ ਜਾਂਦੀ ਉਹ ਹੈਗੇ ਕੰਨ। ਪੇਰੈਂਟਸ ਪਹਿਲਾਂ ਤਾਂ ਇਹ ਸਮਝ ਲੈਣ ਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ। ਤੁਸੀਂ ਖਾਲੀ ਆਉਂਦੇ ਹੋ, ਸਾਡਾ ਬੱਚਾ ਖਾਲੀ ਆਉਂਦਾ, ਉਹ ਥੱਲੇ ਵੀ ਡਿੱਗ ਸਕਦਾ, ਇੰਨਾ ਡਿੱਗ ਸਕਦਾ ਕਿ ਜਾਨਵਰ ਤੋਂ ਵੀ ਭੈੜਾ ਹੋ ਜੇ, ਅਤੇ ਉਹ ਇੰਨਾ ਉੱਪਰ ਜਾ ਸਕਦਾ ਵਾ ਕਿ ਉਹ ਰੱਬ ਦਾ ਰੂਪ ਹੀ ਬਣ ਜਾਏ। ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਬੱਚਿਆਂ 'ਚ ਆ ਰਹੀ ਆ, ਬੱਚਿਆਂ ਦੇ ਵਿੱਚ ਸੈਲਫ ਰਿਸਪੈਕਟ ਵਾਲੀ ਚੀਜ਼ ਨਹੀਂ ਹੈਗੀ। ਨਾ ਉਹਨਾਂ ਨੂੰ ਆਪਣੀ ਸੈਲਫ ਵਰਥ ਦਾ ਪਤਾ ਹੈ, ਨਾ ਉਹ ਕਿਸੇ ਚੀਜ਼ ਪ੍ਰਤੀ ਕੌਨਫੀਡੈਂਟ ਨੇ। ਅਸੀਂ ਕਿਰਾਏ 'ਤੇ ਬੰਦੇ ਰੱਖ ਲੈਂਦੇ ਹਾਂ, ਮੈਂ ਉਹਨੂੰ ਕਿਰਾਏ 'ਤੇ ਬੰਦੇ ਰੱਖਣਾ ਕਹਿੰਦਾ ਵੀ ਡੇ ਕੇਅਰ ਪਾ ਦਿਓ, ਮੁੜ ਕੇ ਸਕੂਲਾਂ 'ਚ ਪਾ ਦਿਓ, ਮੁੜ ਕੇ ਯੂਨੀਵਰਸਿਟੀਆਂ 'ਚ ਪਾ ਦਿਓ, ਮੁੜ ਕੇ ਕਾਲਜਾਂ 'ਚ ਪਾ ਦਿਓ। ਅਸੀਂ ਸਾਰੀ ਜ਼ਿੰਮੇਵਾਰੀ ਬਾਕੀਆਂ ਨੂੰ ਸੁੱਟ ਦਿੱਤੀ ਹੈ, ਨਾਲੇ ਅਸੀਂ ਪੈਸੇ ਦਿੰਦੇ ਹਾਂ ਕਿ ਸਾਡਾ ਨਿਆਣਾ ਸਾਂਭੋ ਜਾਂ ਪੜ੍ਹਾਓ ਜਾਂ ਸਿਖਾਓ। ਕੁਛ ਦੇਰ ਪਹਿਲਾਂ ਅਸੀਂ ਬੱਚਿਆਂ ਦੀ ਗਰੋਥ ਨਾਲ ਸੰਬੰਧਿਤ ਜਿਹੜੇ ਇਸ਼ੂਜ਼ ਨੇ ਉਹਨਾਂ 'ਤੇ ਅਸੀਂ ਗੱਲਬਾਤ ਕੀਤੀ ਸੀ। ਡਾਕਟਰ ਬਲਜਿੰਦਰ ਚੀਮਾ ਜਿਹੜੇ ਕਿ ਬੱਚਿਆਂ ਦੇ ਡਾਕਟਰ ਨੇ, ਅਤੇ ਕਾਫੀ ਤੁਸੀਂ ਪਸੰਦ ਕੀਤਾ ਸੀ। ਉਸ ਤੋਂ ਬਾਅਦ ਵੀ ਮੈਨੂੰ ਬਹੁਤ ਸਾਰੇ ਸਵਾਲ ਆਉਂਦੇ ਰਹੇ ਉਸੇ ਗੱਲਬਾਤ ਨਾਲ ਸੰਬੰਧਿਤ, ਅਤੇ ਕਿਉਂਕਿ ਉਹ ਜਿਹੜੀ ਸੀਰੀਜ਼ ਅਸੀਂ ਕੀਤੀ ਸੀ ਉਹਦੇ 'ਚ ਕੋਈ ਜ਼ਿਆਦਾ ਸਵਾਲ ਲੈਣ ਦੀ ਗੁੰਜਾਇਸ਼ ਨਹੀਂ ਸੀ, ਅਤੇ ਹੁਣ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੇ ਸਵਾਲ ਆ ਰਹੇ ਨੇ, ਅਤੇ ਅਸੀਂ ਇੱਕ ਨਵੀਂ ਸੀਰੀਜ਼ ਅੱਜ ਤੋਂ ਇਹ ਸ਼ੁਰੂ ਕਰਾਂਗੇ। ਵੀਕਲੀ ਅਸੀਂ ਉਨੇ ਕੁ ਦਿਨ ਚਲਾਵਾਂਗੇ ਜਿੰਨੀ ਦੇਰ ਲੱਗਦਾ ਕਿ ਰੈਲੇਵੈਂਟ ਕੁਐਸਚਨ ਆ ਰਹੇ ਨੇ। ਅਤੇ ਪਿਛਲੇ ਦਿਨਾਂ ਦੌਰਾਨ ਇੱਕ ਬੜਾ ਕਾਮਨ ਕੰਸਰਨ ਇਹ ਰਿਹਾ ਕਿ ਜਦੋਂ ਵਾਇਲੈਂਸ ਹੁੰਦੀ ਹੈ, ਵਾਇਲੈਂਸ ਦੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਡਰੱਗਸ ਦੀ ਪ੍ਰੋਬਲਮ ਹੈ, ਤਾਂ ਉਹਦੇ ਬਾਰੇ ਪੇਰੈਂਟਸ ਦੇ ਮਨ 'ਚ ਇੱਕ ਇਹ ਸਵਾਲ ਉੱਠਦਾ ਕਿ ਬਚਪਨ ਦੇ ਵਿੱਚ ਚਾਈਲਡਹੁੱਡ 'ਚ ਉਹ ਕਿਹੜੇ ਹਾਲਾਤ ਹੁੰਦੇ ਨੇ ਜਿਨ੍ਹਾਂ ਕਰਕੇ ਬੱਚਿਆਂ ਅੰਦਰ ਵਾਇਲੈਂਸ ਦੇ ਬੀਜ ਬੀਜੇ ਜਾਂਦੇ ਨੇ ਜਾਂ ਬੱਚੇ ਡਰੱਗਸ ਵਾਲੇ ਪਾਸੇ ਚੱਲਦੇ ਨੇ। ਅਤੇ ਜਿਹੜੇ ਪੇਰੈਂਟਸ ਨੇ ਇਹ ਸੋਚਦੇ ਨੇ ਕਿ ਜੇ ਸਾਨੂੰ ਪਤਾ ਹੋਏ ਕਿ ਇਹ ਜਿਹੜੇ ਬੂਟੇ ਨੇ ਵਾਇਲੈਂਸ ਦੇ ਅਤੇ ਡਰੱਗਸ ਦੇ ਕਿੱਥੋਂ ਉੱਗਦੇ ਨੇ, ਜੇ ਸ਼ੁਰੂ 'ਚ ਸਾਨੂੰ ਪਤਾ ਹੋਏ ਤਾਂ ਅਸੀਂ ਬੱਚਿਆਂ ਦੀ ਪਰਵਰਿਸ਼ ਉਸ ਤਰੀਕੇ ਨਾਲ ਕਰ ਸਕਦੇ ਹਾਂ। ਇਹ ਇੱਕ ਕਾਮਨ ਸਵਾਲ ਪਿਛਲੇ ਦਿਨਾਂ 'ਚ ਰਿਹਾ, ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਡਾਕਟਰ ਬਲਜਿੰਦਰ ਚੀਮਾ ਸਾਡੇ ਨਾਲ ਸਟੂਡੀਓ 'ਚ ਨੇ। ਡਾਕਟਰ ਸਾਹਿਬ ਵੈਲਕਮ। ਬਹੁਤ ਬਹੁਤ ਮਿਹਰਬਾਨੀ ਸ਼ਮੀਲ ਜੀ। ਅਤੇ ਕਿਉਂਕਿ ਹੁਣ ਅੱਜ ਕੱਲ੍ਹ ਇਹ ਦੁਨੀਆ ਦੀ ਰਿਐਲਿਟੀ ਹੈ, ਵਾਇਲੈਂਸ ਅਤੇ ਡਰੱਗਸ। ਹਾਂਜੀ। ਅਤੇ ਸਾਰੇ ਪੇਰੈਂਟਸ ਨੂੰ ਇਸ ਗੱਲ ਦਾ ਫਿਕਰ ਹੈ ਹਾਂਜੀ ਕਿ ਕਿਤੇ ਵੱਡਾ ਹੋ ਕੇ ਸਾਡਾ ਬੱਚਾ ਨਾ ਇਸ ਰਸਤੇ 'ਤੇ ਪੈ ਜੇ, ਅਤੇ ਉਹ ਜਾਣਨਾ ਚਾਹੁੰਦੇ ਨੇ ਕਿ ਅਸੀਂ ਹੁਣੇ ਕੀ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਆਪਣੇ ਬੱਚੇ ਨੂੰ ਪ੍ਰੋਟੈਕਟ ਕਰ ਸਕੀਏ। ਹਾਂਜੀ, ਕੁਛ ਐਸਾ ਹੁੰਦਾ ਇਹੋ ਜਿਹੇ ਬੀਜ ਜਿਹੜੇ ਬਚਪਨ 'ਚ ਪਤਾ ਲੱਗ ਸਕੇ ਅਤੇ ਜਿੱਥੋਂ ਪੇਰੈਂਟਸ ਕੁਛ ਕਰ ਸਕਣ। ਸ਼ਮੀਲ ਜੀ, ਇਹ ਵੈਲਿਡ ਕੁਐਸਚਨ ਹੈ ਬਹੁਤ ਸਾਰੇ ਪੇਰੈਂਟਸ ਦਾ, ਬਟ ਉਹਦੇ 'ਚ ਨਾ ਇੱਕ ਚੀਜ਼ ਸਾਨੂੰ ਪਹਿਲਾਂ ਸਮਝਣੀ ਪਏਗੀ ਕਿ ਪੂਰੀ ਦੁਨੀਆ ਦੇ ਵਿੱਚ, ਇਸ ਪੂਰੀ ਸ੍ਰਿਸ਼ਟੀ ਦੇ ਵਿੱਚ ਅਤੇ ਸਾਡੇ ਵਿੱਚ ਵੀ ਕੋਈ 1 to 1 ਰਿਲੇਸ਼ਨਸ਼ਿਪ ਨਹੀਂ ਹੁੰਦਾ ਕਦੀ ਵੀ ਆਹ ਹੋਇਆ ਅਤੇ ਇਸੇ ਕਰਕੇ ਆਹ ਹੋਇਆ। ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਹੁੰਦੀਆਂ। ਜਿਵੇਂ ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਸੀ, ਮੈਂ ਅੱਜ ਫਿਰ ਦੇ ਦਿੰਦਾ। ਤੁਸੀਂ ਫਸਲ ਬੀਜਦੇ ਹੋ, ਸਿਰਫ ਇੱਕ ਚੀਜ਼ ਹੀ ਮੈਟਰ ਨਹੀਂ ਕਰਦੀ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਕਿਹੜੇ ਸਮੇਂ ਬੀਜੀ ਗਈ, ਕਿਸ ਤਰੀਕੇ ਨਾਲ ਬੀਜੀ ਗਈ, ਮੌਸਮ ਕੀ ਸੀ, ਕਿਹੜੇ ਸਟੇਜਸ 'ਤੇ ਕਿਹੋ ਜਿਹਾ ਮੌਸਮ ਸੀ। ਸੋ ਤੁਸੀਂ ਇੱਕ ਚੀਜ਼ ਦੇ ਉੱਪਰ ਨਹੀਂ ਆਪਾਂ ਆ ਸਕਦੇ। ਇਹ ਸਾਨੂੰ ਪੂਰੇ ਦਾ ਪੂਰਾ ਜਿਹੜਾ ਜਿਹਨੂੰ ਗੁਲਦਸਤਾ ਕਹਿ ਲਓ, ਸਾਨੂੰ ਸਾਰੇ ਦਾ ਸਾਰਾ ਸਮਝਣਾ ਪੈਣਾ। ਉਹਦੇ 'ਚ ਕੰਡੇ ਵੀ ਨੇ, ਉਹਦੇ 'ਚ ਫੁੱਲ ਵੀ ਨੇ, ਠੀਕ ਹੈ ਨਾ। ਬਟ ਜੇ ਅਸੀਂ ਛੋਟੀ ਨਜ਼ਰ ਨਾਲ ਦੇਖਾਂਗੇ ਅਤੇ ਅਸੀਂ ਕੰਡੇ ਨੂੰ ਸਿਰਫ ਕੰਡਾ ਹੀ ਸਮਝਾਂਗੇ ਵੀ ਨਹੀਂ ਯਾਰ ਇਹ ਕੰਮ ਦਾ ਨਹੀਂ। ਪਰ ਜੇ ਤੁਸੀਂ ਇਹਨੂੰ ਬਰੋਡ ਸੈਂਸ 'ਚ ਜਾ ਕੇ ਦੇਖੋਗੇ ਤਾਂ ਕੰਡਿਆਂ ਦੀ ਵੀ ਆਪਣੀ ਇੱਕ ਵੈਲਿਊ ਆ। ਜੇ ਕੰਡੇ ਹੀ ਨਾ ਹੋਣ ਤਾਂ ਫੁੱਲ ਦੀ ਵੈਲਿਊ ਵੀ ਘੱਟ ਜਾਂਦੀ ਹੈ, ਠੀਕ ਹੈ ਨਾ। ਸੋ ਬੱਚਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜਾ ਬਿਹੇਵੀਅਰ ਹੈ, ਜਿਵੇਂ ਤੁਸੀਂ ਆਪਣੇ ਆਪ 'ਤੇ ਲੈ ਲਓ। ਜੇ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਿਹਾ, ਇਹ ਸਿਰਫ ਇਸੇ ਮੂਮੈਂਟ 'ਚ ਨਹੀਂ ਹੋ ਰਹੀ, ਇਹਦੇ ਪਿੱਛੇ ਵੀ ਇੱਕ ਹਿਸਟਰੀ ਆ। ਤੁਹਾਡਾ ਮੂਡ ਕੈਸਾ ਹੈ, ਤੁਸੀਂ ਸਵੇਰੇ ਕਿਵੇਂ ਇੱਥੇ ਆਏ ਹੋ, ਤੁਹਾਡਾ ਕੱਲ੍ਹ ਦਾ ਦਿਨ ਕਿਵੇਂ ਬੀਤਿਆ, ਤੁਹਾਨੂੰ ਹੋਰ ਟੈਨਸ਼ਨਾਂ ਕਿੰਨੀਆਂ, ਉਹ ਸਾਰਾ ਕੁਛ ਡਿਸਾਈਡ ਕਰੂਗਾ ਕਿ ਤੁਸੀਂ ਅੱਜ ਬਿਹੇਵ ਕਿਵੇਂ ਕਰਨਾ ਮੇਰੇ ਨਾਲ, ਦੁਨੀਆ ਨਾਲ, ਆਪਣੇ ਵਰਕਰਸ ਦੇ ਨਾਲ, ਕੋਲੀਗਸ ਦੇ ਨਾਲ। ਇਸੇ ਤਰ੍ਹਾਂ ਬੱਚੇ ਵੀ ਆ, ਬੱਚਿਆਂ ਦਾ ਮਨ ਆ। ਆਪਾਂ ਪਹਿਲਾਂ ਸੀਰੀਜ਼ 'ਚ ਡਿਸਕਸ ਕੀਤਾ ਸੀ ਕਿ ਉਹ ਬਣਦਾ ਕਿਵੇਂ ਆ ਸ਼ੁਰੂ ਤੋਂ। ਇੰਡੀਅਨ ਮਿਥਿਹਾਸਿਕ ਤਾਂ ਇਹ ਵੀ ਕਹਿੰਦੇ ਆ, ਉਹ ਗੱਲਾਂ ਆਪਾਂ ਸੁਣਦੇ ਹਾਂ ਵੀ ਬੱਚਾ ਤਾਂ ਜਨਮ ਤੋਂ ਪਹਿਲਾਂ ਹੀ ਸੁਣਨ ਲੱਗ ਜਾਂਦਾ ਹੈ ਨਾ। ਮਾਂ ਦੇ ਪੇਟ 'ਚ ਹੀ ਕਹਿੰਦੇ ਉਹਨੇ, ਮੈਨੂੰ ਨਾਂ ਭੁੱਲ ਗਿਆ ਵੀ ਮੰਨਿਓ ਕਿ ਕੌਣ ਸੀ ਜਿਹਨੇ
ਸਾਰੀ ਸਟੋਰੀ ਸੁਣ ਲਈ ਸੀ ਹਾਂਜੀ ਅਤੇ ਬੜੀ ਮਤਲਬ ਮੈਂ ਕਹੂੰਗਾ ਵੀ ਇਹ ਚਲੋ ਸਾਇੰਸ ਕਈਆਂ ਗੱਲਾਂ ਸਾਨੂੰ ਖੋਲ੍ਹ ਕੇ ਦਿਖਾ ਦਿੰਦੀ ਆ। ਅੱਜ ਇਹ ਪ੍ਰੂਵ ਹੋ ਗਿਆ ਕਿ ਸਾਡੀਆਂ ਜਿੰਨੀਆਂ ਵੀ ਸੈਂਸਿਸ ਨੇ ਇਹਨਾਂ 'ਚੋਂ ਜਿਹੜੀ ਸੁਣਨ ਵਾਲੀ ਸੈਂਸ ਆ ਇਹ ਮਾਂ ਦੇ ਪੇਟ ਦੇ ਅੰਦਰ ਹੀ ਸ਼ੁਰੂ ਹੋ ਜਾਂਦੀ ਹੈ। ਅਤੇ ਬੱਚੇ ਨੂੰ ਕਿਸ ਕਿਸਮ ਦੀਆਂ ਆਵਾਜ਼ਾਂ ਸੁਣਦੀਆਂ ਵਾ ਉਹ ਵੀ ਇੱਕ ਫੈਕਟਰ ਨੇ ਕਿ ਉਹਦੇ ਦਿਮਾਗ ਦੀ ਇੰਟਰਨਲ ਵਾਇਰਿੰਗ ਕਿਸ ਤਰੀਕੇ ਨਾਲ ਹੋਣੀ ਹੈ। ਸੋ ਬੱਚਾ ਦਾ ਜਨਮ ਤੋਂ ਪਹਿਲਾਂ ਹੀ ਤੁਹਾਡਾ ਇਨਫਲੂਐਂਸ ਲੈਣਾ ਸ਼ੁਰੂ ਕਰ ਦਿੰਦਾ। ਜੇ ਤੁਸੀਂ ਮਤਲਬ ਗਲਤ ਮਿਊਜ਼ਿਕ ਸੁਣ ਰਹੇ ਹੋ ਜਦੋਂ ਬੱਚਾ ਪੇਟ 'ਚ ਹੈ ਅਤੇ ਬੱਚਾ ਗਲਤ ਜਿਹੜੀਆਂ ਸਾਊਂਡ ਸੁਣ ਰਿਹਾ। ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਨਾ ਵੀ ਜਿਹੜੀ ਪ੍ਰੈਗਨੈਂਟ ਲੇਡੀ ਆ ਉਹ ਫਲਾਣੇ ਦੇ ਮੱਥੇ ਨਾ ਲੱਗੇ, ਫਲਾਣੇ ਨੂੰ ਰੋਜ਼ ਵੇਖੇ, ਫਲਾਣੀ ਫੋਟੋ ਦੇਖੇ, ਗੁਰਦੁਆਰੇ ਜਾਵੇ, ਹੈ ਨਾ, ਇਹਨੂੰ ਨਾ ਮਿਲੇ, ਆਹ ਗੱਲਾਂ ਨਾ ਸੁਣੇ। ਮਤਲਬ ਉਹ ਤਾਂ ਚਲੋ ਸਾਨੂੰ ਲੱਗਦਾ ਸੀ ਐਵੇਂ ਅੰਧ ਵਿਸ਼ਵਾਸ ਨੇ, ਚਲੋ ਹੋ ਸਕਦਾ ਹੋਣ ਵੀ, ਬਟ ਅੱਜ ਇਹ ਸਾਇੰਟੀਫਿਕਲੀ ਪ੍ਰੂਵ ਹੋ ਗਿਆ ਹੈ ਕਿ ਆਵਾਜ਼ ਜਿਹੜੀ ਆ ਇਹ ਤਾਂ ਵੈਸੇ ਸਭ ਨੂੰ ਪਤਾ ਹੈ ਸੋਲਿਡ ਦੇ ਵਿੱਚ ਜਾਂ ਪਾਣੀ ਦੇ ਵਿੱਚ ਹੋਰ ਫਾਸਟ ਟਰੈਵਲ ਕਰਦੀ ਆ। ਅਤੇ ਬੱਚਾ ਜਦੋਂ ਅੰਦਰ ਬਣ ਰਿਹਾ ਹੁੰਦਾ ਸਭ ਤੋਂ ਪਹਿਲਾਂ ਬ੍ਰੇਨ ਦੀ ਜਿਹੜੀ ਅੱਖ ਤਾਂ ਉਹਦੀ ਖੁੱਲ੍ਹਦੀ ਨਹੀਂ, ਟੇਸਟ ਵੀ ਨਹੀਂ ਉਹਦਾ ਹੁੰਦਾ, ਪਾਣੀ 'ਚ ਹੁੰਦਾ ਉਹ, ਪਰ ਜਿਹੜੀ ਚੀਜ਼ ਚੱਲਣੀ ਸ਼ੁਰੂ ਹੋ ਜਾਂਦੀ ਉਹ ਹੈਗੇ ਕੰਨ, ਆਵਾਜ਼। ਠੀਕ ਹੈ। ਸੋ ਪੇਰੈਂਟਸ ਪਹਿਲਾਂ ਤਾਂ ਇਹ ਸਮਝ ਲੈਣ ਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਇੱਦਾਂ ਸਮਝ ਲਓ। ਜਿਹੜੇ ਜਾਨਵਰ ਨੇ ਉਹ ਪਤਾ ਨਹੀਂ ਰੱਬ ਨੇ ਸਾਡੇ ਨਾਲ ਵਧੀਕੀ ਕੀਤੀ ਆ ਕਿ ਸਾਡੇ ਲਈ ਚੰਗਾ ਕੀਤਾ, ਮੈਨੂੰ ਨਹੀਂ ਪਤਾ। ਐਨੀਮਲ ਜਿਹੜਾ ਨਾ ਉਹ ਆਪਣੀ ਐਨੀਮਲ ਲੈਵਲ ਤੋਂ ਨਾ ਥੱਲੇ ਜਾਂਦਾ ਨਾ ਉੱਪਰ ਜਾਂਦਾ, ਉਹ ਉਸ ਤਰ੍ਹਾਂ ਦਾ ਹੀ ਰਹਿੰਦਾ। ਠੀਕ ਹੈ ਨਾ। ਕੁਕੜੀ ਦੇ ਬੱਚੇ, ਕੁਕੜੀ ਤੁਸੀਂ ਉਹ ਵੇਖਿਆ ਗਿਆ ਕਿ 8-10 ਜਨਰੇਸ਼ਨਸ ਤੱਕ ਤੁਸੀਂ ਆਂਡੇ ਨੂੰ ਇਨਕੂਬੇਟਰ 'ਚ ਕੱਢੀ ਚੱਲੋ, ਪਰ ਜਿਹੜਾ ਲਾਸਟ ਜਨਰੇਸ਼ਨ ਵਾਲਾ ਚੂਚਾ ਹੈ ਜੋ ਕੋਈ ਕੁਕੜੀ ਨਿਕਲੀ ਆ ਉਹਨੂੰ ਤੁਸੀਂ ਆਪਣੇ ਆਪ ਛੱਡ ਦਿਓ ਅਤੇ ਸ਼ੀ ਨੋਜ਼ ਕਿ ਹੁਣ ਜੇ ਆਂਡਾ ਆਇਆ ਅਤੇ ਮੈਂ ਆਂਡੇ ਦੇ ਉੱਤੇ ਬਹਿਣਾ। ਉਹਦੇ ਜੈਨੇਟਿਕਸ ਦੇ ਜੀਨਸ 'ਚ ਇਹ ਚੀਜ਼ ਹੈ, ਪਰ ਬੰਦੇ 'ਚੋਂ ਸਾਰਾ ਕੁਛ ਰੱਬ ਨੇ ਲੈ ਲਿਆ ਅਤੇ ਤੁਹਾਨੂੰ ਅਵੇਅਰਨੈਸ ਦੇ ਦਿੱਤੀ ਕਿ ਕਾਕਾ ਜੀ ਤੁਸੀਂ ਅਵੇਅਰਨੈਸ ਨਾਲ ਹੀ ਚੱਲਣਾ। ਤੁਸੀਂ ਖਾਲੀ ਆਉਂਦੇ ਹੋ, ਸਾਡਾ ਬੱਚਾ ਖਾਲੀ ਆਉਂਦਾ ਹੈ, ਉਹ ਥੱਲੇ ਵੀ ਡਿੱਗ ਸਕਦਾ, ਉਹ ਇੰਨਾ ਡਿੱਗ ਸਕਦਾ ਕਿ ਜਾਨਵਰ ਤੋਂ ਵੀ ਭੈੜਾ ਹੋ ਜੇ, ਅਤੇ ਉਹ ਇੰਨਾ ਉੱਪਰ ਜਾ ਸਕਦਾ ਵਾ ਕਿ ਉਹ ਰੱਬ ਦਾ ਰੂਪ ਹੀ ਬਣ ਜੇ। ਸੋ ਇਹ ਹੁਣ ਉਹ ਜਿਹੜੀ ਮੇਕਿੰਗ ਆ ਸਾਰੀ, ਉਹ ਜਿਹੜਾ ਗ੍ਰੇਡੀਐਂਟ ਹੈ ਉਹ ਪੇਰੈਂਟਸ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਉਸ ਸਲਾਈਡਿੰਗ ਸਕੇਲ 'ਤੇ ਕਿੱਥੇ ਲੈ ਕੇ ਜਾਣਾ। ਅਸੀਂ ਬੜੇ ਈਜ਼ੀਲੀ ਕਹਿ ਦਿੰਦੇ ਹਾਂ ਜੀ ਜ਼ਮਾਨਾ ਹੀ ਇੱਦਾਂ ਦਾ ਹੈ, ਕੀ ਕਰੀਏ, ਟੈਕਨੋਲੋਜੀ ਆ ਗਈ ਆ, ਕੀ ਕਰੀਏ। ਅਸੀਂ ਬਲੇਮ ਲੈਣ ਲਈ ਤਿਆਰ ਨਹੀਂ ਹੁੰਦੇ ਕਿ ਸਾਡਾ ਵੀ ਰੋਲ ਹੈ। ਅਸੀਂ ਜਦੋਂ ਵੀ ਕੁਛ ਮਾੜਾ ਚੀਜ਼ ਹੁੰਦੀ ਆਪਾਂ ਦੂਜਿਆਂ 'ਤੇ ਸੁੱਟ ਦਿੰਦੇ ਹਾਂ। ਸੋ ਜਿੰਨਾ ਚਿਰ ਅਸੀਂ ਜ਼ਿੰਮੇਵਾਰੀ ਨਹੀਂ ਲਵਾਂਗੇ ਕਿ ਸਾਡਾ ਬੱਚਾ ਸਾਡੀ ਮੇਕਿੰਗ ਆ, ਅਸੀਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਨਹੀਂ ਲੈ ਸਕਦੇ। ਹੁਣ ਜਿਹੜਾ ਸਵਾਲ 'ਤੇ ਹੁਣ ਮੈਂ ਆਉਣਾ ਕਿ ਕਿੱਦਾਂ ਆਪਾਂ ਨੂੰ ਆਈਡੀਆ ਹੋ ਸਕਦਾ ਕਿ ਬੱਚਿਆਂ ਨੇ ਗਾਂਹ ਹੋ ਕੇ ਕੀ ਕਰਨਾ। ਦੋ ਗੱਲਾਂ ਹੈ, ਇੱਕ ਹੁੰਦੀ ਈਗੋ, ਇੱਕ ਹੁੰਦੀ ਹੈ ਸੈਲਫ ਰਿਸਪੈਕਟ। ਹੁਣ ਇੱਕ ਬੰਦਾ ਜਦੋਂ ਬਿਹੇਵ ਕਰਦਾ ਸਾਨੂੰ ਕਈ ਵਾਰੀ ਸਮਝ ਨਹੀਂ ਲੱਗਦੀ ਕਿ ਈਗੋਇਸਟਿਕ ਹੋ ਰਿਹਾ ਹੈ ਜਾਂ ਇਹ ਸੈਲਫ ਰਿਸਪੈਕਟ ਕਰਕੇ ਇੱਦਾਂ ਕਰ ਰਿਹਾ। ਸੈਲਫ ਰਿਸਪੈਕਟ ਜਿਹੜੀ ਆ ਉਹ ਤੁਹਾਡਾ ਸੈਲਫ ਵਰਥ ਕਿੰਨਾ ਹੈ ਅਤੇ ਤੁਸੀਂ ਕੌਨਫੀਡੈਂਟ ਕਿੰਨੇ ਹੋ, ਉਹ ਡਿਸਾਈਡ ਕਰਦੀ ਹੈ ਤੁਹਾਡੀ ਸੈਲਫ ਰਿਸਪੈਕਟ। ਈਗੋ ਸਭ ਝੂਠ ਮੂਠ ਹੈ। ਈਗੋ 'ਚ ਮੈਂ ਕਿਸੇ ਵਰਗਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਆਪਣੇ ਆਪ ਦੀ ਆਈਡੈਂਟੀਟੀ ਬਣਾ ਲਈ ਹੈ ਕਿ ਮੈਂ ਬਹੁਤ ਘੈਂਟ ਹੈਗਾ ਅਤੇ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੂੰਗਾ ਜਿਵੇਂ ਮਰਜ਼ੀ ਕਰਾਂ। ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਬੱਚਿਆਂ 'ਚ ਆ ਰਹੀ ਆ, ਬੱਚਿਆਂ ਦੇ ਵਿੱਚ ਸੈਲਫ ਰਿਸਪੈਕਟ ਵਾਲੀ ਚੀਜ਼ ਨਹੀਂ ਹੈਗੀ। ਨਾ ਉਹਨਾਂ ਨੂੰ ਆਪਣੀ ਸੈਲਫ ਵਰਥ ਦਾ ਪਤਾ ਹੈ, ਨਾ ਉਹ ਕਿਸੇ ਚੀਜ਼ ਪ੍ਰਤੀ ਕੌਨਫੀਡੈਂਟ ਨੇ। ਪਤਾ ਉਹਨਾਂ ਨੂੰ ਬਹੁਤ ਕੁਛ ਆ। ਜਿਵੇਂ ਹੁਣ ਬੱਚਾ ਕਲੀਨਿਕ 'ਚ ਆਉਂਦਾ, ਮੈਂ ਪੁੱਛਦਾ ਹਾਂਜੀ ਬੇਟੇ ਕੀ ਪ੍ਰੋਬਲਮ ਹੈ, ਉਹ ਕਹਿੰਦੇ ਜੀ ਆਈ ਡੋਂਟ ਨੋ, ਮਾਂ ਵੱਲ ਵੇਖਣ ਲੱਗ ਜਾਂਦੇ ਆ। ਮਾਂ ਕਹਿੰਦੀ ਦੱਸੋ ਡਾਕਟਰ ਨੂੰ, ਉਹਨੂੰ ਦੱਸਣਾ ਨਹੀਂ ਆਉਂਦਾ। ਢਿੱਡ ਪੀੜ ਹੁੰਦੀ ਹੈ, ਕਿੱਥੇ ਹੁੰਦੀ ਹੈ, ਦੇ ਕਾਂਟ ਐਕਸਪਲੇਨ। ਸੋ ਇਹ ਚੀਜ਼ ਕੀ ਦੱਸ ਰਹੀ ਹੈ ਕਿ ਇਹ ਬੱਚਾ ਕੌਨਫੀਡੈਂਟ ਹੀ ਨਹੀਂ ਹੈਗਾ। ਹੁਣ ਜਿਹੜਾ ਬੱਚਾ ਕੌਨਫੀਡੈਂਟ ਨਹੀਂ ਹੈਗਾ ਇਹ ਕਿਹਦੇ ਸਹਾਰੇ ਚੱਲੇਗਾ? ਇਹ ਈਗੋ ਦੇ ਸਹਾਰੇ ਚੱਲੇਗਾ। ਈਗੋ ਫਿਰ ਤੁਹਾਡੇ ਕੋਲੋਂ ਕੁਛ ਵੀ ਕਰਵਾਏਗੀ। ਸੋ ਇੱਕ ਸੂਤਰ ਜਿਹੜਾ ਸਾਡੇ ਹਰ ਰਿਲੀਜਨ ਤੁਹਾਨੂੰ ਦਿੰਦਾ ਹੈ ਕਿ ਤੁਹਾਨੂੰ ਰਿਐਲਿਟੀ 'ਚ ਰਹਿਣਾ ਪੈਣਾ। ਪਹਿਲਾ ਮੀਟਰ ਤਾਂ ਇਹ ਹੈ ਕਿ ਕੀ ਤੁਹਾਡਾ ਬੱਚੇ ਨੂੰ ਜਾਂ ਤੁਸੀਂ ਆਪਣੇ ਬੱਚੇ ਨੂੰ ਰਿਐਲਿਟੀ ਸਮਝਣ ਦੀ ਕਪੈਸਿਟੀ ਦੇ ਰਹੇ ਹੋ ਕਿ ਨਹੀਂ ਦੇ ਰਹੇ ਹੋ। ਛੋਟੀਆਂ ਛੋਟੀਆਂ ਚੀਜ਼ਾਂ ਨੇ,
ਕੋਈ ਝਗੜਾ ਹੋ ਜਾਂਦਾ, ਕਿਤੇ ਕੋਈ ਬੋਲ ਬੁਲਾਰਾ ਹੋ ਜਾਂਦਾ, ਤੁਸੀਂ ਆਪਣੇ ਬੱਚੇ ਨੂੰ ਟ੍ਰੇਨਿੰਗ ਦਿੰਦੇ ਹੋ ਕਿ ਉਹ ਰਿਸਪੌਂਸਿਬਿਲਿਟੀ ਆਪਣੇ ਸਿਰ 'ਤੇ ਲਵੇ, ਜਾਂ ਵੀ ਚੱਲ ਕੋਈ ਨਹੀਂ ਜੇ ਹੋ ਗਿਆ ਤੇ ਲੈਟਸ ਆਪਾਂ ਇਹਦਾ ਦੂਸਰਾ ਪਾਸਾ ਵੀ ਦੇਖੀਏ। ਜਦੋਂ ਆਪਾਂ ਵਿਜ਼ਡਮ ਦੀ ਗੱਲ ਕੀਤੀ ਸੀ, ਬੱਚੇ ਆਉਂਦੇ ਆ, ਯੂਥ ਆਉਂਦਾ ਹੈ, ਉਹ ਕਹਿੰਦੇ ਜੀ ਜਿਹੜਾ ਮੰਨ ਲਓ ਡਰੱਗ ਐਡਿਕਟ ਵੀ ਆ ਸਪੋਜ਼, ਉਹਨੂੰ ਥੋੜ੍ਹਾ ਜਿਹਾ ਜਦੋਂ ਤੁਸੀਂ ਛੇੜ ਕੇ ਦੇਖਦੇ ਹੋ ਰੋਣ ਲੱਗ ਜਾਂਦੇ। ਉਹ ਕਹਿੰਦੇ ਜੀ ਅਸੀਂ ਨਿਕਲ ਨਹੀਂ ਸਕਦੇ ਜੀ ਵਿੱਚੋਂ, ਕੀ ਕਰੀਏ, ਅਸੀਂ ਨਿਕਲਣਾ ਚਾਹੁੰਦੇ, ਅਸੀਂ ਨਿਕਲ ਨਹੀਂ ਸਕਦੇ। ਹੁਣ ਕੀ ਪ੍ਰੋਬਲਮ ਹੈ? ਉਹ 'ਚ ਕੌਨਫੀਡੈਂਸ ਨਹੀਂ ਹੈਗਾ ਕਿ ਮੈਂ ਬਾਹਰ ਨਿਕਲ ਸਕਦਾ। ਸੋ ਜਿਹੜੀ ਤੁਸੀਂ ਗੱਲ ਜੋੜੀ ਹੈ ਕਿ ਜਿਨ੍ਹਾਂ 'ਚ ਸੈਲਫ ਰਿਸਪੈਕਟ ਨਹੀਂ ਹੁੰਦੀ ਜਾਂ ਜਿਹੜਾ ਕੌਨਫੀਡੈਂਸ ਨਹੀਂ ਹੁੰਦਾ, ਉਹੀ ਲੋਕ ਈਗੋਇਸਟ ਬਣਦੇ ਆ। ਉਹ ਈਗੋਇਸਟਿਕ ਬਣਦੇ ਆ। ਇਹ ਬਾਹਰ ਜਾਣ ਨੂੰ ਤਾਂ ਇਹਨਾਂ ਨੇ ਸ਼ੂਜ਼ ਵੀ ਘੈਂਟ ਪਾਏ ਹੋਣੇ ਆ, ਫੋਨ ਵੀ ਜੇਬ 'ਚ ਘੈਂਟ ਪਾਇਆ ਹੋਣਾ। ਉਹ ਸੈਲਫ ਵਰਥ ਕਰਕੇ ਨਹੀਂ ਹੈਗਾ ਫੋਨ ਉਹਨਾਂ ਦੀ ਜੇਬ ਦੇ ਵਿੱਚ ਕਿ ਉਹਨਾਂ ਨੇ ਕਮਾਇਆ ਹੈ। ਇਹ ਇੱਕ ਪ੍ਰਗਟਾਵਾ ਕੀਤਾ ਜਾ ਰਿਹਾ, ਆਪਣੇ ਆਪ ਨੂੰ ਐਨਹਾਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਟ ਉਹ ਹੈ ਨਹੀਂ। ਲੈਕ ਆਫ ਕੌਨਫੀਡੈਂਸ ਤੋਂ ਬੇਸਿਕਲੀ ਕਮਜ਼ੋਰ ਪਰਸਨੈਲਿਟੀ। ਮੈਂ ਤੁਹਾਨੂੰ ਇੱਕ ਬੜੀ ਸੋਹਣੀ ਐਗਜ਼ਾਮਪਲ ਦਿੰਦਾ। ਮੇਰੇ ਕਲੀਨਿਕ ਦੇ ਵਿੱਚ ਮੈਂ ਆਪਣੇ ਅੱਖੀਂ ਜਿਹੜੀ ਮੇਰੇ ਨਾਲ ਜਿਹੜੀ ਬੀਤੀ ਹੈ, ਯੂਕਰੇਨ ਤੋਂ ਕਾਫੀ ਲੋਕ ਇੱਥੇ ਆਏ ਅਤੇ ਕੁਛ ਪੇਸ਼ੈਂਟ ਸਾਡੇ ਕੋਲੇ ਵੀ ਆਏ। ਇੱਕ ਪੇਸ਼ੈਂਟ ਆਇਆ, ਬਜ਼ੁਰਗ ਲੇਡੀ ਹੈ ਨਾਲ, ਮੇਰਾ ਖਿਆਲ 80-90s 'ਚ ਹੋਣੀ ਆ, ਕਾਫੀ ਝੁਰੜੀਆਂ ਸੀ, ਬਟ ਸ਼ੀ ਵਾਜ਼ ਐਕਟਿਵ। ਉਹਦੇ ਨਾਲ 2 ਲੇਡੀਜ਼, ਇੱਕ ਬੱਚਾ। ਚਲੋ ਮੈਂ ਦੇਖਿਆ ਅਤੇ ਮੈਂ ਪੁੱਛ ਲਿਆ ਕਿ ਤੁਸੀਂ ਕਿਹੜੀ ਕੰਟਰੀ ਤੋਂ? ਅਤੇ ਉਹ ਕਹਿੰਦੇ ਅਸੀਂ ਯੂਕਰੇਨ ਤੋਂ। ਅਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਮੈਂ ਉਹਨਾਂ ਨਾਲ ਥੋੜ੍ਹਾ ਜਿਹਾ ਆਪਣੇ ਵੱਲੋਂ ਕੰਸੋਲ ਕਰਨ ਦੀ ਕੋਸ਼ਿਸ਼ ਕੀਤੀ, ਜਿੰਨੀ ਕੁ ਆਪਾਂ ਕਰਦੇ ਵੀ ਚਲੋ ਜੋ ਵੀ ਹੋਇਆ ਬੜਾ ਮਾੜਾ ਹੋ ਰਿਹਾ। ਅਤੇ ਮੈਂ ਕਿਹਾ ਮੈਂ ਵੈਸੇ ਤੁਹਾਡਾ ਵਿਊ ਲੈਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਤੁਹਾਡੇ ਨਾਲ ਜੋ ਕੁਛ ਵੀ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ? ਉਹ ਜਿਹੜੀ ਯੰਗ ਲੇਡੀ ਸੀ ਉਹ ਕੁਛ ਕਹਿਣ ਲੱਗੀ, ਅਤੇ ਜਿਹੜੀ ਬਜ਼ੁਰਗ ਲੇਡੀ ਨੇ ਉਹਦਾ ਹੱਥ ਫੜ ਕੇ ਉਹ ਕਹਿੰਦੀ ਕਿ ਮੈਨੂੰ ਕਹਿੰਦੀ ਡਾਕਟਰ ਹਾਊ ਡਜ਼ ਇਟ ਗੋਨਾ ਮੈਟਰ ਟੂ ਅਸ, ਵੀ ਕਿਹਨੂੰ ਬਲੇਮ ਕਹਿੰਦਾ ਅਸੀਂ ਦਈਏ? ਅਸੀਂ ਆ ਗਏ ਹਾਂ, ਉਜੜ ਕੇ ਆ ਗਏ ਹਾਂ। ਮੈਂ ਜਦੋਂ ਛੋਟੀ ਸੀ ਉਦੋਂ ਮੇਰੇ ਪੇਰੈਂਟਸ ਉਜੜੇ ਸੀ, ਠੀਕ ਹੈ ਨਾ। ਵੀ ਵਿਲ ਸੀ ਵਾਟ ਟੂ ਡੂ, ਦੈਟ ਇਜ਼ ਵਾਟ ਇਜ਼ ਨੀਡਡ। ਇਹ ਜਵਾਬ ਸੀ ਲੇਡੀ ਦਾ। ਵਰਸਿਸ ਇੱਕ ਹੋਰ ਪਰਿਵਾਰ ਆਉਂਦਾ ਹੈ, ਉਹਦੇ ਨਾਲ 3-4 ਨਿਆਣੇ ਆ, ਅਤੇ ਉਹਨਾਂ ਨੂੰ ਮੈਂ ਮਾੜਾ ਜਿਹਾ ਪੁੱਛਿਆ ਅਤੇ ਦੇ ਸਟਾਰਟਡ ਬਲੇਮਿੰਗ ਕੈਨੇਡਾ ਕਿ ਉਹਨਾਂ ਕੋਲ ਹੈਲਥ ਕਾਰਡ ਨਹੀਂ ਸੀ ਹੈਗਾ, ਪਤਾ ਨਹੀਂ ਕੋਈ ਕਾਗਜ਼ ਮਿਸਿੰਗ ਸੀ। ਉਹ ਕਹਿ ਰਹੇ ਸੀ ਇਹਨਾਂ ਨੇ ਲਿਖਿਆ ਹੋਇਆ ਤੁਹਾਡਾ ਸਾਰਾ ਕੁਝ ਫਾਸਟ ਟਰੈਕ 'ਤੇ ਆ, ਸਾਨੂੰ ਅਸੀਂ 4 ਗੇੜੇ ਮਾਰ ਲਏ, ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਉਹ ਨਹੀਂ ਮਿਲਿਆ। ਹੁਣ ਤੁਸੀਂ ਦੋਵਾਂ ਦੀ ਪਰਸਨੈਲਿਟੀ 'ਚ ਦੇਖੋ ਕਿੰਨਾ ਫਰਕ ਹੈ। ਇਸ ਫੈਮਿਲੀ ਨੂੰ ਐਕਸਾਈਟ ਕਰਨਾ ਹੋਵੇ ਕਿੰਨਾ ਸੌਖਾ। ਮੈਂ ਮੋਲਡ ਕਰ ਸਕਦਾ ਨਾ, ਜਿੱਥੋਂ ਹੀ ਚਾਹੋ ਕਿ ਅਸੀਂ ਕੈਨੇਡਾ ਦੇ ਅਗੇਂਸਟ ਮੋਲਡ ਕਰ ਲਈਏ, ਯੂ ਕੈਨ ਮੋਲਡ ਦੈਮ। ਕਿਉਂ? ਉਹਨਾਂ ਦਾ ਵਿਜ਼ਨ ਬੜਾ ਛੋਟਾ ਹੈ। ਦੂਸਰੀ ਲੇਡੀ ਹੈ, ਉਹ ਬਿਲਕੁਲ ਕੂਲ ਐਂਡ ਕਾਮ ਬੈਠੀ ਹੈ। ਉਹਨੂੰ ਤੁਸੀਂ ਉਹਦੇ ਮੂੰਹ 'ਚੋਂ ਵੀ ਨਹੀਂ ਕਢਾ ਸਕਦੇ ਵੀ ਕੌਣ ਗਲਤ ਹੈ ਤੇਰੇ ਹਿਸਾਬ ਨਾਲ, ਕਿਉਂਕਿ ਉਹ ਕਹਿੰਦੀ ਉਹਦਾ ਕੀ ਫਰਕ ਪੈਂਦਾ, ਮੈਂ ਦੇਖਣਾ ਕਿ ਮੈਂ ਅਸੀਂ ਹੁਣ ਕੀ ਕਰਨਾ। ਸੋ ਬੇਸਿਕਲੀ ਜਿਹੜਾ ਮੈਨੂੰ ਸਮਝ ਆਈ ਗੱਲ ਕਿ ਜਿਹੜੀਆਂ ਜਦੋਂ ਪੇਰੈਂਟਸ ਦਾ ਇਹ ਰੋਲ ਹੋ ਸਕਦਾ, ਜਦੋਂ ਕਮਜ਼ੋਰ ਪਰਸਨੈਲਿਟੀਜ਼ ਵਾਲਾ ਬੱਚੇ ਉੱਥੋਂ ਸ਼ੁਰੂ ਕਰਦੇ ਨੇ, ਉਹੀ ਲੋਕ ਜਾ ਕੇ ਵਿਗੜਦੇ ਨੇ, ਉਹੀ ਵਾਇਲੈਂਸ ਕਰਦੇ ਨੇ, ਉਹੀ ਬਿਲਕੁਲ ਨਸ਼ਿਆਂ 'ਚ ਪੈਂਦੇ ਨੇ। ਅਤੇ ਹੁਣ ਇਸ ਬਾਰੇ ਬਹੁਤ ਸਾਰੇ ਦੋਸਤਾਂ ਦੇ ਸਵਾਲ ਹੋ ਸਕਦੇ ਇਸ ਗੱਲ ਨੂੰ ਹੋਰ ਚੰਗੇ ਤਰੀਕੇ ਨਾਲ ਸਮਝਣ ਲਈ। ਸੋ ਹੁਣ ਅਸੀਂ ਸਵਾਲ ਲੈਣੇ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਨੇ ਜੀ ਫੋਨ ਲਾਈਨ 'ਤੇ ਉਮਾਰ ਹੀ ਹੈ ਜੀ ਨਾਮ ਤੁਹਾਡਾ? जी हाँ जी I'm Umar. Sorry, I cannot speak in Punjabi. Can I speak in Urdu? हाँ जी हाँ उर्दू। Okay. So basically I have a question sir, मेरी daughter के लिए है। So basically वो 7 years old है। So उनके साथ issue ये है कि वो काफ़ी aggressive हो जाती हैं। मतलब प्रॉब्लम ये है कि अगर उनको कोई चीज़ इंस्ट्रक्शन दो तो सबसे पहले वो घबरा जाती हैं। उसके बाद जब उनसे वो चीज़ नहीं होती तो फिर वो रोना शुरू हो जाती है। ठीक है, तो हमने उनको बहुत कोशिश करी है, सेल्फ कॉन्फिडेंस देके बहुत ट्रेनिंग देने की कोशिश करी है, लेकिन वो समटाइम वो एग्रेसिव हो जाती हैं और फिर मतलब जैसे ज़ोर से रोना और फिर आते हैं एंग्री करना कि मुझसे ये क्यों करा रहे हो। तो वो कभी आता नहीं है समझ में कि इस सिचुएशन को समटाइम कैसे डील करें। क्या ये चीज़ कोई द कॉन्फिडेंस नहीं है तो ये चीज़ ईगो के अंदर आ जाएगी कि मतलब ईगो है कि मैं नहीं कर सकती ये चीज़ तो नहीं कर सकती। हाँ अमर जी, हाँ थैंक यू फॉर द क्वेश्चन। देखो अमर जी, थोड़ा बच्चा 7 साल का है, ठीक है ना, 7 साल की बच्ची है आपकी। जी जी। तो जो आपने सिम्टम बताए हैं, इससे एक चीज़ जो मुझे दिख रही है वो ये है कि घर में आप या मम्मी दोनों में से कौन है जो थोड़ा हार्ड है बिहेवियर में, पहले ये बताएं। हाँ आप हो।
तो एक तो वो आपकी कॉपी हो रही है, ठीक है, शी नोज़ के एग्रेसिव होना इज़ नॉर्मल क्योंकि आप हो रहे हो, ठीक है। दूसरी चीज़, अगर बच्चा ये आपको बोल रहा है कि हाँ मेरे से क्यों करा रहे हो, मैं नहीं कर सकती, दैट मीन्स कि उसे ये फीलिंग आती है कि आप दोनों उसके पेरेंट्स उसको बहुत जज करते हो। अगर वो कुछ कर रही है तो आप कंटिन्यूसली उसकी तरफ देख रहे हो, आप उसका पूरा पूरा स्टेप देख रहे हो। शी डजंट वांट कि आप उसको देखो। बहुत सारे बच्चे हैं दे कैन डू, बट वो इसलिए नहीं कर पाते बिकॉज दे बिकम कॉन्शियस कि हर आज दूसरे लोग जो हैं मुझे कंटिन्यूसली देखी जा रहे हैं। तो अगर ये आपके घर में ऐसा होता है तो उस चीज़ को कम करने की कोशिश करें, उसको थोड़ी सी इंडिपेंडेंस दें, काम दे के आप साइड पे हो जाओ एंड लेट हर टेक हर टाइम टू डू इट। कई बच्चे प्रेशराइज फील करते हैं कि हाँ इतने टाइम में ख़त्म करना है क्योंकि मम्मी देख रही है, पापा देख रहे हैं, उनसे नहीं हो पाता, दे बिकम कॉन्शियस। दूसरी चीज़, कॉन्फिडेंस क्लैरिटी के बिना नहीं आता। अगर मैं आपको बोलूँ हाँ जी उमर जी आज 1 लाख आदमी खड़ा है, इसके सामने साइकिल चला के दिखाओ, ठीक हो ना, तो आप 1 सेकंड के लिए भी सोचोगे नहीं बिकॉज यू आर कॉन्फिडेंट, यू आर हैव क्लियर आइडिया कि साइकिल कैसे चलाना है। हाँ, अगर मैं बोलूँ डांस करके दिखाओ तो तब हम वी आर नॉट क्लियर कि हम अच्छा डांस कर पाएंगे कि नहीं कर पाएंगे। सो कॉन्फिडेंस क्लैरिटी से आता है। अगर उससे कुछ नहीं होता तो उसको कोई जजमेंट मत दो। उसको आपने बोलना अच्छा चल ठीक है यार मैंने ये देखा था यहाँ पर गड़बड़ हुई है, लेट मी टीच यू, लेट मी शो यू हाउ टू डू इट, तो मुझे देखो करना है। बट अगेन विद हर कंसेंट, उसको थोड़ा टाइम लगेगा बट शी विल कम डाउन। आप अग्रेसिव होना छोड़ दो सबसे पहले, दैट इज़ द मोस्ट इम्पॉर्टेंट थिंग। मैं आपको थोड़ा सा एक इंटरप्ट करूंगा, वो ये कि मेरी 2 डॉटर्स और भी हैं लेकिन उनके साथ ये इशू नहीं है। अगर हाँ आप जी, कहते हैं कि मैं एग्रेसिव हूँ तो ऑल डॉटर एग्रेसिव होना चाहिए। बिल्कुल सिर्फ वो जो बिग वाली डॉटर है उन्हीं के साथ ये इशू है, लेकिन मुझे ये कंसर्न है क्या ये स्लो डेवलपमेंट हो रही है बच्चे की? नहीं, ये प्रॉब्लम कॉमन ही सबसे बड़े बच्चे में होती है। क्योंकि ओके। जब बड़ा बच्चा पल रहा होता है तब वो अकेला होता है। जब छोटे 2 होते हैं तो दे ऑल्सो वॉच द एल्डर ब्रदर और सिस्टर्स बिहेवियर, उनके पास एक्सपीरियंशियल रियलिटी डिफरेंट होती है। चलो ये तो एज गैप है ना, 2 ट्विन्स भी एक जैसे नहीं होते। ओके। सो जो ये प्रॉब्लम है ये बड़े बच्चों में ही मोस्ट कॉमन होती है। ओके, थैंक हाँ यू। जी, हाँ जी, हाँ जी। ਬਹੁਤ ਬਹੁਤ ਸ਼ੁਕਰੀਆ ਜੀ ਉਮਾਰ ਜੀ, ਬੜਾ ਇੰਪੋਰਟੈਂਟ ਸਵਾਲ ਤੁਸੀਂ ਕੀਤਾ। ਤੇ ਅੱਗੇ ਸਾਡੇ ਨਾਲ ਨੇ ਜੀ ਰਾਜਾ ਜੀ। ਰਾਜਾ ਜੀ, ਹੈਲੋ, ਹਾਂਜੀ ਤੁਸੀਂ ਆਪਣਾ ਕੁਐਸਚਨ ਕਰੋ, ਸਵਾਲ ਕਰੋ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਮੈਂ ਪ੍ਰੋਗਰਾਮ ਤੇ ਤੁਹਾਡੇ ਬਹੁਤ ਸਾਲਾਂ ਦਾ ਸੁਣਦਾ ਜੀ, ਪਹਿਲੀ ਵਾਰ ਫੋਨ ਕਰ ਰਿਹਾ। ਬਹੁਤ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਸੁਣ ਕੇ। ਅੱਛਾ ਜੀ, ਬੱਚਿਆਂ ਦੀ ਗੱਲ ਹੁੰਦੀ, ਹੁਣ ਮੈਨੂੰ ਇੱਥੇ ਆਏ 43 ਸਾਲ ਹੋ ਗਿਆ ਹੈ, ਮੈਂ ਛੋਟਾ ਹੁੰਦਾ ਆਇਆ ਸੀਗਾ। ਤੇ ਸਵਾਲ ਤਾਂ ਨਹੀਂ ਮੈਂ ਕੁਝ ਕਰ ਰਿਹਾ, ਮੈਂ ਬਸ ਸਿੰਪਲ ਆਪਣਾ ਐਗਜ਼ਾਮਪਲ ਤੁਹਾਨੂੰ ਸਾਹਮਣੇ ਪੇਸ਼ ਕਰ ਰਿਹਾ। ਬਸ ਥੋੜੀ ਜਿਹੀ ਛੋਟੀ ਜ਼ਰੂਰ ਰੱਖਿਓ ਗੱਲ, ਤਾਂ ਕਿ ਆਪਾਂ ਹੋਰ ਲੋਕਾਂ ਦੇ ਵੀ ਸਵਾਲ ਲੈ ਸਕੀਏ। ਹਾਂਜੀ, ਸਿੱਧੀ ਗੱਲ ਆ ਜੀ, ਬੱਚਿਆਂ ਨਾਲ ਨਾ ਤੁਸੀਂ ਜਿੰਨਾ ਪਿਆਰ ਕਰੋਗੇ ਤੇ ਜਿੰਨਾ ਟਾਈਮ ਸਪੈਂਡ ਕਰੋਗੇ ਉਹ ਤੁਹਾਡੇ ਨਾਲ ਰਹਿਣਗੇ, ਤੁਹਾਡੇ ਨੂੰ ਝੂਠ ਨਹੀਂ ਬੋਲਣਗੇ, ਤੁਹਾਡੀ ਹਰ ਗੱਲ ਵਿੱਚ ਗੱਲ ਰਹਿਣਗੇ। ਤੇ ਉਹਨਾਂ ਨੂੰ ਕਿਉਂਕਿ ਉਹ ਯੰਗ ਬ੍ਰੇਨ ਹੈਗਾ, ਉਹ ਸੋਚ ਵਿਚਾਰ ਉਹਨਾਂ ਦੀ ਬਹੁਤ ਆਪਣੇ ਨਾਲ ਤੇਜ਼ ਆ। ਤੇ ਬਸ ਇੰਨੀ ਗੱਲ ਹੀ ਹੈ ਵੀ ਉਹਨਾਂ ਨਾਲ ਪਿਆਰ ਕਰੋ, ਟਾਈਮ ਸਪੈਂਡ ਕਰੋ, ਉਹਨਾਂ ਨਾਲ ਉਹਨਾਂ ਦੀ ਸੁਣ ਕੇ ਤੇ ਉਹਨਾਂ ਦੀ ਤੁਸੀਂ ਰਹਿ ਲਓ ਹਰ ਕੰਮ ਵਿੱਚ। ਤੇ ਤੁਹਾਡਾ ਬੱਚਾ ਕਦੇ ਤੁਹਾਡੀ ਜ਼ਿੰਦਗੀ ਝੂਠ ਨਹੀਂ ਬੋਲਦਾ। ਮੇਰੇ 3 ਬੱਚੇ ਆ, ਇੱਕ ਦਾ ਵਿਆਹ ਹੋ ਗਿਆ, ਇੱਕ ਦਾ ਹੋਣਾ ਅਗਲੇ ਸਾਲ ਤੇ ਇੱਕ ਦਾ ਅਗਲੇ ਸਾਲ ਹੋਣਾ। ਕੋਈ ਗੱਲ ਨਹੀਂ ਛੁਪਾਉਂਦੇ, ਸਾਰੀ ਗੱਲ ਸੱਚ ਦੱਸਦੇ ਆ। ਤੇ ਤੁਸੀਂ ਵੀ ਏਦਾਂ ਬੱਚਿਆਂ ਨਾਲ ਪਿਆਰ ਕਰੋ, ਟਾਈਮ ਸਪੈਂਡ ਕਰੋ, ਬਸ ਆਹੀ ਮੈਂ ਕਹਿਣਾ। ਬਹੁਤ ਬਹੁਤ ਚੰਗਾ ਲੱਗਿਆ ਜੀ, ਬਹੁਤ ਵਧੀਆ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਸਾਡੇ ਨਾਲ ਨੇ ਜੀ ਕੁਲਦੀਪ ਕੌਰ। ਹਾਂਜੀ ਕੁਲਦੀਪ ਜੀ। ਹੈਲੋ। ਹਾਂਜੀ ਹਾਂਜੀ ਹਾਂਜੀ, ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ। ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰੀ ਜਿਹੜੀ ਬੱਚੀ ਆ ਉਹ 2.5 ਸਾਲ ਦੀ ਆ। ਮੈਂ ਉਹ ਸਵਿਮਿੰਗ ਕਲਾਸ ਵਿੱਚ ਲੈ ਕੇ ਜਾ ਰਹੀ ਹਾਂ। ਦੈਟ ਆਈ ਨੋ ਕਿ ਚਲੋ ਆਪਾਂ ਥੋੜ੍ਹਾ ਬੱਚਿਆਂ ਨੂੰ ਹੁੰਦਾ ਹੈ ਕਿ ਆਪਾਂ ਲਾਈਕ ਡਰ ਹੁੰਦਾ ਪਾਣੀ ਦਾ, ਬਟ ਜਿੱਦਾਂ ਮੈਂ ਬਾਕੀ ਬੱਚੇ ਦੇਖਦੀ ਹਾਂ ਜਿਹੜੇ ਤਾਂ ਛੋਟੇ ਆ ਜਾਂ ਵੱਡੇ ਆ, ਲਾਈਕ ਉਹ ਪਾਣੀ ਨਾਲ ਖੇਡਦੇ ਆ, ਬਟ ਇਹ ਪਾਣੀ ਨੂੰ ਦੇਖ ਕੇ ਬਹੁਤ ਡਰਦੀ ਆ। ਮੈਂ ਜਿਹਨੂੰ ਟਰਾਈ ਕਰਦੀ ਹਾਂ ਕਿ ਪਾਣੀ 'ਚ ਲੈ ਕੇ ਜਾਵਾਂ ਤਾਂ ਫਿਰ ਉਹ ਬਹੁਤ ਜ਼ਿਆਦਾ ਰੋਂਦੀ ਆ। ਮਤਲਬ ਮੈਨੂੰ ਇਹ ਲੱਗਦਾ ਕਿ ਜੇ ਮੈਂ ਉਹਦੇ ਨਾਲ ਧੱਕਾ ਕਰੂੰਗੀ ਤਾਂ ਫਿਰ ਉਹ ਵੀ ਠੀਕ ਨਹੀਂ ਹੈਗਾ, ਜੇ ਨਹੀਂ ਲੈ ਕੇ ਜਾਂਦੀ ਫਿਰ ਉਹਦਾ ਡਰ ਕਿਵੇਂ ਨਿਕਲੇਗਾ। ਸੋ ਮੇਰਾ ਕੁਐਸਚਨ ਇਹ ਹੈ ਕਿ ਮੈਂ ਉਹਦਾ ਡਰ ਕਿੱਦਾਂ ਦੂਰ ਕਰਾਂ।
ਹਾਂਜੀ ਕੁਲਦੀਪ ਜੀ, ਤੁਹਾਨੂੰ ਨਾ ਥੋੜ੍ਹਾ ਜਿਹਾ ਪੇਸ਼ੈਂਟ ਹੋਣਾ ਪਊਗਾ, ਕਾਹਲੀ ਨਾ ਕਰੋ। ਬੱਚੇ ਦੀ ਆਪਣੀ ਆਪਣੀ ਪਸੰਦ ਵੀ ਹੁੰਦੀ ਆ। ਸੋ ਜੇ ਉਹ ਪਾਣੀ ਤੋਂ ਡਰਦਾ ਹੈ, ਤੁਸੀਂ ਜਿੰਨਾ ਉਹਨੂੰ ਪਾਣੀ ਦੇ ਲਾਗੇ ਲਿਜਾਣ ਦੀ ਕੋਸ਼ਿਸ਼ ਕਰੋਗੇ ਓਨਾ ਉਹਨੇ ਰਿਬਾਊਂਡ ਕਰਨਾ। ਤੁਹਾਨੂੰ ਘਰ ਤੋਂ ਸ਼ੁਰੂ ਕਰਨਾ ਪੈਣਾ। ਘਰੇ ਟੱਬ ਭਰੋ, ਆਪ ਬੈਠੋ ਪਾਣੀ ਦੇ ਵਿੱਚ, ਆਪ ਪਾਣੀ 'ਚ ਟਾਈਮ ਸਪੈਂਡ ਕਰੋ। ਲੈਟ ਹਰ ਵਾਚ ਯੂ, ਉਹਨੂੰ ਸਿਰਫ ਦੇਖਣ ਦਿਓ। ਉਹਨੂੰ ਕਹੋ ਨਾ ਕਿ ਤੂੰ ਅੰਦਰ ਆ। ਉਹਦੇ ਲਈ ਇਹ ਹੌਲੀ ਹੌਲੀ ਜਦੋਂ ਉਹ ਬਾਰ-ਬਾਰ ਇਸ ਚੀਜ਼ ਨੂੰ ਐਕਸਪੋਜ਼ ਹੋਏਗੀ ਤਾਂ ਉਹ ਹੌਲੀ ਹੌਲੀ ਸੌਫਟ ਹੋਏਗੀ। ਪਰ ਜੇ ਤੁਸੀਂ ਬਾਹਰ ਖੜ੍ਹੇ ਹੋ ਜਾਂ ਤੁਸੀਂ ਅੰਦਰ ਵੜ ਕੇ ਨਾਲ ਹੀ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹੋ ਅੰਦਰ, ਉਹਨੇ ਨਹੀਂ ਆਉਣਾ। ਜਿੰਨੀ ਜ਼ਿਆਦਾ ਅਟੈਂਪਟ ਕਰੋਗੇ ਓਨਾ ਰਿਜਿਡ ਹੁੰਦਾ ਜਾਣਾ ਉਹਨੇ। ਤੁਸੀਂ ਥੋੜ੍ਹੀ ਦੇਰ ਲਈ ਉਹਨੂੰ ਬਿਲਕੁਲ ਛੱਡ ਦਿਓ। ਜੇ ਤੁਸੀਂ ਕੈਂਸਲ ਕਰ ਸਕਦੇ ਹੋ ਕਲਾਸਿਸ, ਕੈਂਸਲ ਕਰ ਦਿਓ। ਛੋਟੇ ਪਾਣੀ ਦੇ ਨਾਲ ਐਕਸਪੋਜਰ ਵਧਾਉਣਾ ਸ਼ੁਰੂ ਕਰੋ। ਇਹਨੂੰ ਅਸੀਂ ਸਲੋ ਸੈਂਸਿਟਾਈਜੇਸ਼ਨ ਕਹਿੰਦੇ ਹਾਂ। ਜਿਵੇਂ ਵਾਸ਼ ਬੇਸਿਨ 'ਚ ਪਾਣੀ ਭਰ ਲਿਆ ਜਾਂ ਫਿਰ ਛੋਟੇ ਟੱਬ 'ਚ ਪਾਣੀ ਭਰ ਲਿਆ, ਹੌਲੀ ਹੌਲੀ। ਬਟ ਉਹਨੂੰ ਕਦੀ ਨਾ ਕਹੋ ਕਿ ਤੂੰ ਪਾਣੀ 'ਚ ਵੜ। ਉਹਨੂੰ ਵਾਚ ਕਰਨ ਦਿਓ, ਉਹਨੂੰ ਟਾਈਮ ਦਿਓ, ਉਹਨੂੰ ਬਾਕੀਆਂ ਨੂੰ ਵੇਖਣ ਦਿਓ ਵਿੱਚ ਵੜਿਆਂ ਨੂੰ। ਤੁਸੀਂ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਬੱਚਾ ਤਾਂ ਉਹ ਕਰੇ, ਬਟ ਉਹਨੂੰ ਬਿਲਕੁਲ ਕਹਿਣਾ ਛੱਡ ਦਿਓ। ਉਹ ਇੱਕ ਦਿਨ ਆਪਣੇ ਆਪ ਅੰਦਰ ਆ ਜਾਏਗੀ। ਓਕੇ ਠੀਕ ਹੈ। ਹਾਂਜੀ, ਥੈਂਕ ਯੂ ਸੋ ਮਚ। ਹਾਂਜੀ ਹਾਂਜੀ। ਤੇ ਅੱਗੇ ਸਾਡੇ ਨਾਲ ਫੋਨ ਲਾਈਨ 'ਤੇ ਨੇ ਜੀ ਸਤੀਸ਼ ਜੀ। ਸਤੀਸ਼ ਜੀ, ਹਾਂਜੀ, ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, ਤੁਹਾਡਾ ਮੈਂ ਐਕਚੁਅਲੀ ਇਸ ਟਾਈਮ ਪਹਿਲੀ ਵਾਰੀ ਮੈਂ ਰੇਡੀਓ ਔਨ ਕੀਤਾ, ਅੱਜ ਪਹਿਲੀ ਵਾਰੀ ਤੁਹਾਨੂੰ ਸੁਣਿਆ। ਮੈਂ ਬਹੁਤ ਇੰਪਰੈਸ ਹਾਂ। ਤੁਸੀਂ ਬਹੁਤ ਤਰੀਕੇ ਨਾਲ ਡੀਸੈਂਟਲੀ ਐਕਸਪਲੇਨ ਕਰਦੇ। ਨਾਈਸ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਹੁਣ ਹਾਂਜੀ, ਹੁਣ ਮੇਰਾ ਕੁਐਸਚਨ ਇਹ ਹੈ ਜੀ, ਮੇਰੇ ਪੋਤੇ ਨੇ ਦੋ, ਇੱਕ 4 ਸਾਲ ਦਾ, ਇੱਕ 6 ਸਾਲ ਦਾ। ਤੇ 4 ਸਾਲ ਦਾ ਆਪਣੀ ਜਿਸ ਤਰ੍ਹਾਂ ਦੇਸੀ ਰੋਟੀ ਨੂੰ ਬੜਾ ਖੁਸ਼ ਹੋ ਕੇ ਖਾਂਦਾ, ਤੇ ਜਿਹੜਾ 6 ਸਾਲ ਦਾ ਵਾ, ਹਾਲਾਂਕਿ ਘਰ 'ਚ ਦੇਸੀ ਮਾਹੌਲ ਹੀ ਆ, ਤੇ ਉਹ ਜ਼ਿਆਦਾ ਫਾਸਟ ਫੂਡ ਟਾਈਪ ਚੀਜ਼ਾਂ, ਜਿਵੇਂ ਵੀ ਮੈਨੂੰ ਆਹ ਬਣਾ ਦਿਓ, ਮੈਨੂੰ ਫਲਾਨਾ ਫਰਾਈ ਕਰਕੇ ਆਹ ਖਿਲਾ ਦਿਓ, ਜੇ ਉਹ ਜਿਸ ਤਰ੍ਹਾਂ। ਹਾਂਜੀ। ਤੇ ਆਪਣੇ ਪ੍ਰੋਸੈਸਡ ਫੂਡ ਆਉਂਦੇ ਆ, ਗਰਮ ਕਰਕੇ ਆਹ ਦੇ ਤੇ ਆਹ ਦੇ ਤੇ। ਹਾਂਜੀ। ਤੇ ਰੋਟੀ ਨੂੰ ਥੋੜਾ ਉਹ ਬੜਾ ਮਿਹਨਤਾਂ ਮੁਹਨਤਾਂ ਕਰਾਉਂਦਾ। ਕਦੇ ਮੈਨੂੰ ਆਲੂ ਵਾਲੀ ਰੋਟੀ ਬਣਾ ਦਿਓ, ਉਹ ਵੀ ਬੁਰਕੀ ਜਿਹੀ ਮੂੰਹ 'ਚ ਲੈ ਕੇ ਚਬੋਲੀ ਜਾਊਗਾ ਖਾਣ ਨਾਲ। ਤੇ ਉਹ ਮਾਈ ਕੁਐਸਚਨ ਇਜ਼ ਵੀ ਕੀ ਨਿਊਟ੍ਰੀਸ਼ਨਲ ਪੁਆਇੰਟ ਆਫ ਵਿਊ ਤੋਂ ਇਟਸ ਓਕੇ ਜੋ ਉਹਨੂੰ ਖਾਣ ਦੇ ਦਈਏ ਕਿ ਰੋਟੀ ਨੂੰ ਨਾ ਪੁਸ਼ ਕਰੀਏ? ਇਸ ਤਰ੍ਹਾਂ ਦੇ ਕੋਈ ਦਿਮਾਗ 'ਚ ਖਿਆਲ ਜਿਹੇ ਹੁੰਦੇ ਰਹਿੰਦੇ। ਇਸ ਤਰ੍ਹਾਂ ਸਰ, ਨਿਊਟ੍ਰੀਸ਼ਨਲੀ ਤਾਂ ਦੇਖੋ ਘਰ ਦਾ ਖਾਣਾ ਡੈਫੀਨੇਟਲੀ ਮੱਚ ਬੈਟਰ ਹੁੰਦਾ। ਬਟ ਇਹ ਜਿਹੜੀ ਖਾਣੇ ਦੇ ਉੱਤੇ ਜਿਹੜਾ ਡਿਸਕ੍ਰੀਪੈਂਸੀ ਹੋ ਜਾਂਦੀ ਨਾ ਪੇਰੈਂਟਸ ਦੀ ਅਤੇ ਬੱਚਿਆਂ ਦੀ, ਇਹਦੇ 'ਚ ਨਾ ਬਹੁਤ ਸਾਰੇ ਫੈਕਟਰ ਇਨਵੋਲਵਡ ਹੁੰਦੇ ਆ। ਇੱਕ ਤਾਂ ਬੱਚੇ ਦਾ ਆਪਣਾ ਟੇਸਟ ਹੁੰਦਾ ਕਿ ਉਹ ਕੁਛ ਹੋਰ ਖਾਣਾ ਚਾਹੁੰਦਾ। ਦੂਜਾ, ਕਈ ਵਾਰੀ ਉਹ ਅਟੈਂਸ਼ਨ ਸੀਕਿੰਗ ਬਿਹੇਵੀਅਰ ਵੀ ਹੁੰਦਾ ਹੈ ਕਿ ਯਾਰ ਘਰ ਦੇ ਤਰਲੇ ਤੁਰਲੇ ਮਾਰਦੇ ਉਹਨਾਂ ਨੂੰ ਚੰਗਾ ਲੱਗਦਾ। ਅਤੇ ਤੀਸਰੀ ਚੀਜ਼ ਇਹ ਹੁੰਦੀ ਆ ਕਿ ਉਹ ਕਈ ਵਾਰੀ ਨਾ ਫਸ ਜਾਂਦੇ ਆ। ਹੁਣ ਜਿਹੜਾ ਤੁਸੀਂ ਐਗਜ਼ਾਮਪਲ ਦਿੱਤੀ ਨਾ ਕਿ ਉਹ ਕਿਹਾ ਜਾਂਦਾ ਮੈਨੂੰ ਆਲੂ ਵਾਲੀ ਬਣਾ ਦਿਓ, ਅਤੇ ਫਿਰ ਉਹਦੇ ਕੋਲ ਖਾਧੀ ਨਹੀਂ ਜਾਂਦੀ, 2 ਕੁ ਬੁਰਕੀਆਂ ਮੂੰਹ 'ਚ ਲਾ ਕੇ ਘੁਮਾਉਂਦਾ ਰਹਿੰਦਾ। ਇਹਦਾ ਮਤਲਬ ਇਹ ਹੈਗਾ ਕਿ ਘਰ ਵਾਲੇ ਪਾਸਿਓਂ ਉਹਦੇ 'ਤੇ ਪ੍ਰੈਸ਼ਰ ਕਾਫੀ ਜ਼ਿਆਦਾ ਆ। ਉਹ ਤੁਹਾਨੂੰ ਖੁਸ਼ ਕਰਨ ਲਈ ਟੈਂਪਰੇਰੀ ਕਹਿ ਦਿੰਦਾ ਵਾ ਕਿ ਮੈਨੂੰ ਆਲੂ ਵਾਲੀ ਰੋਟੀ ਬਣਾ ਦਿਓ, ਬਟ ਉਹ ਅੰਦਰੋਂ ਅਜੇ ਵੀ ਉਹ ਖਾਣ ਲਈ ਤਿਆਰ ਨਹੀਂ ਆ, ਉਹਦੇ ਕੋਲ ਨਹੀਂ ਖਾਧੀ ਜਾਂਦੀ। ਸੋ ਇਹੋ ਜਿਹੇ ਚੱਕਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਤੁਸੀਂ ਉਹਦੇ 'ਤੇ ਪ੍ਰੈਸ਼ਰ ਬਿਲਕੁਲ ਹੀ ਬੰਦ ਕਰ ਦਿਓ। ਉਹਨੂੰ ਕਹਿਣਾ ਹੀ ਬੰਦ ਕਰ ਦਿਓ, ਪੁੱਛਣਾ ਹੀ ਬੰਦ ਕਰ ਦਿਓ ਵੀ ਤੂੰ ਆਹ ਖਾ ਜਾਂ ਆਹ ਨਾ ਖਾ। ਕਿਉਂਕਿ ਜੇ ਮੈਂ ਤੁਹਾਨੂੰ ਹੁਣੇ ਕਹਾਂ ਕਿ ਸਰਦਾਰ ਜੀ ਤੁਸੀਂ ਕੱਲ੍ਹ ਸਵੇਰੇ ਘਰੋਂ ਬਾਹਰ ਨਿਕਲਣ ਲੱਗਿਆ ਆਪਣੇ ਸੱਜੇ ਪਾਸੇ ਨਾ ਵੇਖਿਓ, ਹੁਣ ਤੁਹਾਡਾ ਮਨ ਨੇ ਵੇਖਣਾ ਹੀ ਵੇਖਣਾ। ਸੋ ਜਿਹੜੀ ਨਾ ਪੱਖੀ ਜਾਂ ਇੰਸਟਰਕਸ਼ਨ ਪੱਖੀ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਨੇ ਨਾ, ਉਹ ਕਈ ਵਾਰੀ ਬੱਚਿਆਂ ਨੂੰ ਹੋਰ ਰਿਜਿਡ ਬਣਾ ਦਿੰਦੀਆਂ। ਤੁਸੀਂ ਉਹਨੂੰ ਫਰੀ ਕਰ ਦਿਓ। ਤੁਸੀਂ ਉਹਦੇ ਨਾਲ ਰੋਟੀ ਦੀ ਗੱਲ ਨਹੀਂ ਕਰਨੀ। ਤੁਸੀਂ ਆਪਸ ਦੇ ਵਿੱਚ ਜਦੋਂ ਤੁਹਾਨੂੰ ਮੌਕਾ ਲੱਗਦਾ ਆਪਸ 'ਚ ਕਨਵਰਸੇਸ਼ਨ ਕਰਿਆ ਕਰੋ ਕਿ ਆਹ ਖਾਣਾ ਬੈਟਰ ਹੈ ਜਾਂ ਕਿਉਂ ਬੈਟਰ ਹੈ ਜਾਂ ਕਿਵੇਂ ਸਵਾਦੀ ਆ। ਉਹਨੂੰ ਸਿਰਫ ਸੁਣਨ ਦਿਓ ਕੁਛ ਚਿਰ, ਮਹੀਨਾ 2 ਮਹੀਨੇ ਦਿਨ ਉਹ ਸਲੋਲੀ ਆਪਣੇ ਆਪ ਡਰਿਫਟ ਹੋ ਜਾਏਗਾ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜੀ ਸਤੀਸ਼ ਜੀ। ਤੇ ਅੱਗੇ ਸਾਡੇ ਨਾਲ ਨੇ ਸਰਗੁਣ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। My question is not about me being a parent. ਮੈਂ actually I am a married person, ਪਰ ਮੇਰਾ ਨਾ ਇੱਕ ਰਿਲੇਟਿਵ ਹੈਗਾ, ਉਹਦੀ ਕੁੜੀ ਆ 6 ਸਾਲ ਦੀ। ਤੇ ਇਸ਼ੂ ਇਹ ਆ ਵੀ ਅਸੀਂ we've been observing her, ਤੇ ਉਹਦਾ ਨਾ ਬੜਾ ਅਗਰੈਸਿਵ ਬਿਹੇਵੀਅਰ ਆ। ਤੇ ਜਿੱਦਾਂ ਪੇਰੈਂਟਸ ਨੂੰ ਗੁੱਸੇ ਨਾਲ ਕਹਿ ਦਿੱਤਾ, ਮੁੱਕਾ ਜਿਹਾ ਮਾਰਤਾ, ਤੇ ਮਤਲਬ ਕੋਈ ਚੀਜ਼ ਨਹੀਂ ਕਰਨੀ ਤਾਂ ਮਤਲਬ ਚੀਜ਼ਾਂ ਸਿੱਟ ਕੇ ਮਤਲਬ ਇਟ ਇਜ਼ ਵੈਰੀ ਅਗਰੈਸਿਵ ਐਟ ਹਰ ਹੋਮ ਐਜ਼ ਵੈਲ ਐਜ਼ ਜਦ ਉਹ ਬਾਹਰ ਵੀ ਜਾਂਦੇ ਆ ਅਸੀਂ ਸਾਰੇ ਮਿਲ ਕੇ,
ਉੱਥੇ ਵੀ ਉਹਦੇ ਟੈਂਟਰਮਸ ਜਾਂ ਕਹਿ ਲਓ ਵੀ ਅਗਰੈਸਿਵ ਬਿਹੇਵੀਅਰ ਘੱਟ ਨਹੀਂ ਹੁੰਦਾ। ਤੇ ਦਿੱਕਤ ਇਹ ਆ ਵੀ ਇਹਨਾਂ ਨੇ ਮਤਲਬ ਦੇ ਹੈਵ ਕ੍ਰੀਏਟਡ ਐਨ ਇਨਵਾਇਰਮੈਂਟ ਫॉर ਹਰ ਵੀ ਉਹ ਇਹ ਸਾਰੀ ਚੀਜ਼ਾਂ ਵੈਰੀ ਈਜ਼ੀਲੀ ਕਰ ਸਕਦੀ ਹੈ। ਮਤਲਬ ਉਹਨੂੰ ਡੈਟਰ ਨਹੀਂ ਕਰਦੇ ਵੀ ਹਾਂ ਇਹ ਚੀਜ਼ ਸਹੀ ਆ ਜਾਂ ਇਹ ਚੀਜ਼ ਗਲਤ ਆ, ਡਿਸਪਾਈਟ ਦੀ ਫੈਕਟ ਬੀਇੰਗ ਵੀ ਉਹਨਾਂ ਦੇ ਜਿਹੜੇ ਮਤਲਬ ਮੇਰੇ ਰਿਲੇਟਿਵਸ ਨੇ ਉਹਨਾਂ ਦੇ ਪੇਰੈਂਟਸ ਵੀ ਆਉਂਦੇ ਨੇ, ਦਾਦਾ ਦਾਦੀ ਨਾਨਾ ਨਾਨੀ ਸਾਰੇ ਆਉਂਦੇ ਨੇ, ਬਟ ਉਹਨਾਂ 'ਚ ਮਤਲਬ ਕਿਸੇ ਦਾ ਮੈਂ ਦੇਖਿਆ ਨਹੀਂ ਹੈਗਾ ਵੀ ਉਹਨਾਂ ਨੇ ਕਦੇ ਉਹਨੂੰ ਮਨਾ ਕੀਤਾ ਹੋਏ ਜਾਂ ਕੁਛ ਕੀਤਾ ਹੋਏ। ਤੇ ਹੁਣ ਇਸ਼ੂ ਇਹ ਆ ਵੀ ਜਿਹੜਾ ਉਹਦਾ ਨਾ ਇੱਕ ਯੰਗਰ ਬ੍ਰਦਰ ਵੀ ਹੈਗਾ ਤੇ ਉਹ ਹਾਲੇ ਯੰਗ ਹੈਗਾ, ਉਹਦਾ ਇਹ ਅਗਰੈਸ਼ਨ ਆਇਆ ਨਹੀਂ ਹੈਗਾ, ਬਟ ਆਈ ਫੀਅਰ ਕਿ ਉਹ ਪ੍ਰੋਬਲਮ ਆਏਗੀ, ਬਿਲਕੁਲ ਆਏਗੀ, ਕਿਉਂਕਿ ਉਹਦੀ ਜਿਹੜੀ ਐਲਡਰ ਸਿਸਟਰ ਹੈ ਜਦੋਂ ਉਹ ਇਹ ਕਰਦੀ ਹੈ, ਉਹ ਦੇਖਦਾ ਹੈ ਸਭ, ਤੇ ਉਹ ਉਹਨੂੰ ਫਿਰ ਰੈਪਲੀਕੇਟ ਨਾਟ ਨਾਓ ਬਟ ਮੇਬੀ 1 or 2 years ਡਾਊਨ ਦਾ ਲਾਈਨ ਉਹ ਰੈਪਲੀਕੇਟ ਕਰੇਗਾ। ਤੇ ਇਹਨੂੰ ਅਸੀਂ ਕਿੱਦਾਂ ਟੈਕਲ ਕਰੀਏ ਵੀ ਦੋਨਾਂ ਨੂੰ ਸਮਝਾਈਏ ਕੀ ਕਰੀਏ ਕਿ ਉਹ ਸਟ੍ਰੀਮਲਾਈਨ ਹੋ ਜਾਣ ਤੇ ਐਗਰੈਸ਼ਨ ਘੱਟ ਜੇ। ਦੇਖੋ ਭਾਜੀ, ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਇਹ ਬੜੀ ਕਾਮਨ ਹੈ ਔਰ ਉਹਨਾਂ ਘਰਾਂ 'ਚ ਬਹੁਤ ਕਾਮਨ ਹੈ ਜਿੱਥੇ ਪਹਿਲਾਂ ਕੁੜੀ ਹੈ ਅਤੇ ਬਾਅਦ 'ਚ ਮੁੰਡਾ ਆ ਜੀ। ਇਹਦੇ 'ਚ 100% ਪੇਰੈਂਟਸ ਐਟ ਫਾਲਟ ਹੁੰਦੇ ਆ। ਜਦੋਂ ਦੂਸਰਾ ਬੱਚਾ ਪੈਦਾ ਹੁੰਦਾ ਹੈ ਅਤੇ ਉਹ ਵੱਡੇ ਬੱਚੇ ਨੂੰ ਸੰਭਾਲ ਨਹੀਂ ਪਾਉਂਦੇ। ਵੱਡਾ ਬੱਚਾ ਇਹ ਫੀਲਿੰਗ ਲੈਣੀ ਸ਼ੁਰੂ ਕਰ ਦਿੰਦਾ ਹੈ, ਉਹਦੇ 'ਚ ਆ ਜਾਂਦੀ ਆ ਕਿ ਮੈਮ ਨਾਟ ਇੰਪੋਰਟੈਂਟ, ਇਹ ਹੁਣ ਦੂਸਰਾ ਜਿਹੜਾ ਬੱਚਾ ਆਇਆ ਸਾਰਾ ਟੱਬਰ ਇਹਦੇ ਆਲੇ ਦੁਆਲੇ ਲੱਗਿਆ। ਉਹ ਉਹਨੂੰ ਹੱਥ ਲਾਉਂਦਾ, ਉਹਨੂੰ ਹੱਥ ਨਹੀਂ ਲਾਉਣ ਦਿੰਦੇ, ਉਹ ਕੋਈ ਚੀਜ਼ ਉਹਦੇ ਲਾਗੇ ਆਉਣਾ ਚਾਹੁੰਦਾ, ਕਹਿੰਦੇ ਨਹੀਂ ਕਾਕਾ ਸੁੱਤਾ ਹੈ ਪਰਾਂ ਹੋ ਜਾ। ਸੋ ਇਹ ਅਨਕੌਨਸ਼ੀਅਸਲੀ ਜਿਹੜਾ ਬਿਹੇਵੀਅਰ ਪੇਰੈਂਟਸ ਕਈ ਵਾਰੀ ਕਰ ਬਹਿੰਦੇ ਆ, ਮੈਂ ਇਹ ਨਹੀਂ ਕਹਿੰਦਾ ਜਾਣ ਕੇ ਕਰਦੇ ਆ, ਉਹਦੇ ਕਰਕੇ ਵੱਡਾ ਬੱਚਾ ਹੌਲੀ ਹੌਲੀ ਗੁਸੈਲ ਹੋ ਜਾਂਦਾ। ਥੋੜ੍ਹਾ ਜਿਹਾ ਬੱਚਾ ਵੱਡਾ ਹੁੰਦਾ ਥੱਲੇ ਛੋਟੇ ਵਾਲਾ, ਇਹ ਜਦੋਂ ਕੋਈ ਚੀਜ਼ਾਂ ਖੇਡਦੇ ਆ, ਕੁਛ ਲੜਦੇ ਆ, ਅਤੇ ਹਮੇਸ਼ਾ ਵੱਡੇ ਨੂੰ ਕਿਹਾ ਜਾਂਦਾ ਕਿ ਤਾਂ ਤੂੰ ਵੱਡਾ, ਤੂੰ ਪਾਸੇ ਹੋ, ਤੂੰ ਛੱਡ ਦੇ। ਉਹ ਫੀਲ ਕਰਨ ਲੱਗ ਜਾਂਦੇ ਕਿ ਮੇਰੀ ਤਾਂ ਵੈਲਿਊ ਕੋਈ ਨਹੀਂ, ਮੇਰੀ ਇੰਪੋਰਟੈਂਸ ਕੋਈ ਨਹੀਂ, ਮੇਰੀਆਂ ਤਾਂ ਸਾਰੇ ਰਾਈਟਸ ਖੋਈ ਜਾਂਦਾ ਛੋਟਾ, ਉਹ ਅਗਰੈਸਿਵ ਹੋ ਜਾਂਦੇ ਆ। ਸੋ ਇਹਦੇ ਵਿੱਚ ਪੇਰੈਂਟਸ ਨੂੰ ਆਪਣਾ ਰੋਲ ਸਵਿਚ ਕਰਨਾ ਪਊਗਾ, ਉਹ ਵੱਡੇ ਨੂੰ ਵੀ ਇੰਪੋਰਟੈਂਸ ਦੇਣੀ ਪਏਗੀ, ਉਹ ਠੀਕ ਹੋ ਜਾਏਗੀ। 7 ਸਾਲ ਦੀ ਉਮਰ ਹੈ, ਉਹ ਬੜੇ ਆਰਾਮ ਨਾਲ ਠੀਕ ਹੋ ਸਕਦੀ ਆ, ਬਟ ਉਹਦੇ ਵਿੱਚ ਪੇਰੈਂਟ ਨੂੰ ਧਿਆਨ ਬਹੁਤ ਜ਼ਿਆਦਾ ਦੇਣਾ ਪੈਣਾ। ਬਹੁਤ ਸ਼ੁਕਰੀਆ ਜੀ ਸਰਗੁਣ ਜੀ। ਥੈਂਕ ਯੂ। ਡਾਕਟਰ ਚੀਮਾ, ਸਵਾਲ ਤਾਂ ਬਹੁਤ ਸਾਰੇ ਨੇ। ਗੁਰਿੰਦਰ ਦਾ ਕਮੈਂਟ ਹੈ ਕਿ ਮਾਂ ਬਾਪ ਆਪ ਦਿਖਾਵਾ, ਵੱਡੇ ਘਰਾਂ ਵੱਡੀਆਂ ਕਾਰਾਂ ਦੀ ਦੌੜ 'ਚ ਨੇ ਅਤੇ ਬੱਚਿਆਂ ਨੂੰ ਕੁਛ ਹੋਰ ਬਣਾਉਣਾ ਚਾਹੁੰਦੇ ਆ। ਬਿਲਕੁਲ ਦੇਖੋ ਸ਼ਮੀਲ ਜੀ, ਕਰੈਕਟਰ ਬਿਲਡ ਹੁੰਦਾ ਆ। ਆਪਾਂ ਵਰਡ ਹੀ ਇਹਦੇ ਲਈ ਯੂਜ਼ ਕੀਤਾ ਜਾਂਦਾ ਕਿ ਕਰੈਕਟਰ ਬਿਲਡ ਕਰਨਾ, ਮਤਲਬ ਜਿਹੜੀ ਬਿਲਡ ਕਰਨ ਵਾਲੀ ਚੀਜ਼ ਦੈਟ ਮੀਨਸ ਉਹਨੇ ਹੌਲੀ ਹੋਣਾ। ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ 'ਚ ਤੁਸੀਂ ਕੀ ਕਰ ਰਹੇ ਹੋ, ਬੱਚਾ ਕੀ ਦੇਖ ਰਿਹਾ ਹੈ, ਇਸੇ ਨਹੀਂ ਉਹਦਾ ਗਾਂ ਨੂੰ ਕਰੈਕਟਰ ਬਣਾਉਣਾ। ਜੇ ਕੋਈ ਆਪਣਾ ਸਿਰ ਦੇਣ ਲਈ ਤਿਆਰ ਹੋ ਜਾਂਦਾ ਹੈ ਤਾਂ ਤੁਸੀਂ ਉਹਨੂੰ 1 ਘੰਟਾ ਬੈਠ ਕੇ ਨਹੀਂ ਤਿਆਰ ਕਰ ਸਕਦੇ, ਠੀਕ ਹੈ ਨਾ, ਮੋਮੈਂਟੈਰੀਲੀ ਕਰ ਸਕਦੇ ਹੋ। ਪਰ ਜੇ ਉਹਨੂੰ ਤੁਹਾਡੀ ਲੋੜ ਤੋਂ ਬਿਨਾਂ ਵੀ ਜੋ ਆਪਣੇ ਅੰਦਰੋਂ ਸਟਰੋਂਗ ਆ ਤਾਂ ਫਿਰ ਉਹਨੂੰ ਤੁਹਾਡੀ ਮੋਟੀਵੇਸ਼ਨ ਦੀ ਲੋੜ ਨਹੀਂ ਰਹਿ ਜਾਂਦੀ ਉਹਨੂੰ। ਸੋ ਬੱਚਿਆਂ ਨੂੰ ਬਿਲਡ ਕਰਨਾ ਪੈਂਦਾ, ਜਿਵੇਂ ਤੁਸੀਂ ਆਪਣਾ ਕਰੀਅਰ ਬਿਲਡ ਕਰਦੇ ਹੋ, ਆਪਣਾ ਘਰ ਬਿਲਡ ਕਰਦੇ ਹੋ, ਆਪਣੀ ਵੈਲਥ ਬਿਲਡ ਕਰਦੇ ਹੋ, ਤੁਹਾਨੂੰ ਬੱਚਿਆਂ ਨੂੰ ਵੀ ਬਿਲਡ ਕਰਨਾ ਪੈਣਾ। ਬਟ ਅਨਫੋਰਚੂਨੇਟਲੀ ਅੱਜ ਦੀ ਡੇਟ 'ਚ ਕੀ ਹੋ ਰਿਹਾ ਕਿ ਜਿਵੇਂ ਫਸਟ ਬਰਥਡੇ ਟੱਪਦਾ ਆ, ਅਸੀਂ ਕਿਰਾਏ 'ਤੇ ਬੰਦੇ ਰੱਖ ਲੈਂਦੇ ਹਾਂ। ਮੈਂ ਉਹਨੂੰ ਕਿਰਾਏ 'ਤੇ ਬੰਦੇ ਰੱਖਣਾ ਕਹਿੰਦਾ ਵੀ ਡੇ ਕੇਅਰ ਪਾ ਦਿਓ, ਮੁੜ ਕੇ ਸਕੂਲਾਂ 'ਚ ਪਾ ਦਿਓ, ਮੁੜ ਕੇ ਯੂਨੀਵਰਸਿਟੀਆਂ 'ਚ ਪਾ ਦਿਓ, ਮੁੜ ਕੇ ਕਾਲਜਾਂ 'ਚ ਪਾ ਦਿਓ। ਅਸੀਂ ਸਾਰੀ ਜ਼ਿੰਮੇਵਾਰੀ ਬਾਕੀਆਂ ਨੂੰ ਛੁੱਟ ਦਿੱਤੀ ਹੈ, ਨਾਲੇ ਅਸੀਂ ਪੈਸੇ ਦਿੰਦੇ ਹਾਂ ਕਿ ਸਾਡਾ ਨਿਆਣਾ ਸਾਂਭੋ ਜਾਂ ਪੜ੍ਹਾਓ ਜਾਂ ਸਿਖਾਓ। ਅਸੀਂ ਆਪ ਬਹੁਤਾ ਕੁਛ ਨਹੀਂ ਕਰ ਪਾ ਰਹੇ। ਇਹ ਇੱਥੋਂ ਦੀ ਜਦੋਂ ਸਾਡਾ ਧਿਆਨ ਹੀ ਜ਼ਿਆਦਾ ਪੈਸੇ ਕਮਾਉਣ ਵਾਲੇ, ਫਿਰ ਪੈਸੇ ਹੀ ਵਧਣਗੇ। ਹਾਂ, ਪੈਸੇ ਹੀ ਵਧਣਗੇ ਅਤੇ ਉਹ ਮੁੜ ਕੇ ਕਿਸੇ ਕੰਮ ਨਹੀਂ ਬਾਅਦ 'ਚ ਆਉਣੇ। ਅੱਛਾ, ਇੱਕ ਸਵਾਲ ਹੈ ਕਿ 13 ਸਾਲ ਦਾ ਇਹਨਾਂ ਦਾ ਬੱਚਾ ਹੈ, ਉਹ ਬਹੁਤ ਸ਼ਾਈ ਹੈ ਅਤੇ ਉਹ ਬਾਹਰ ਨਹੀਂ ਜਾਣਾ ਪਸੰਦ ਕਰਦਾ, ਸਿਰਫ ਰਾਤ ਦੇ ਟਾਈਮ ਥੋੜ੍ਹਾ ਬਹੁਤ ਬਾਹਰ ਨਿਕਲਦਾ, TV ਵੀ ਮੇਰਾ ਖਿਆਲ ਹੈ ਦੇਖਦਾ, ਇਸ ਤਰ੍ਹਾਂ ਦੇ ਕੁਛ ਜਿੰਨੇ ਕੁ ਮੈਨੂੰ ਸਮਝ ਆਇਆ ਇਹਨਾਂ ਦੇ ਲਿਖੀ ਤੋਂ। ਸੋ ਇਸ ਸਿਚੁਏਸ਼ਨ 'ਚ ਕੀ ਹੋ ਸਕਦਾ? ਦੇਖੋ 13 ਸਾਲ ਦਾ ਬੱਚੇ ਦਾ ਮਤਲਬ ਆਪਾਂ ਪਹਿਲਾਂ ਵੀ ਸੀਰੀਜ਼ 'ਚ ਗੱਲ ਕੀਤੀ ਸੀ ਕਿ 13 ਸਾਲ 'ਤੇ ਮਾਈਂਡ ਆਲਰੇਡੀ ਕੰਕਰੀਟਾਈਜ਼ ਹੋ ਚੁੱਕਾ ਹੁੰਦਾ ਹੈ। ਤੁਸੀਂ ਉਹਨੂੰ ਬਹੁਤਾ ਸਮਝਾ ਨਹੀਂ ਸਕਦੇ, ਤੁਸੀਂ ਉਹਨੂੰ ਬਹੁਤਾ ਕੁਛ ਕਹਿ ਕੇ ਉਹਦੇ ਕੋਲ ਚੇਂਜ ਨਹੀਂ ਕਰਵਾ ਸਕਦੇ। 13 ਸਾਲ ਤੋਂ ਬਾਅਦ ਬੱਚਾ ਉਹੀ ਚੀਜ਼ ਐਕਸੈਪਟ ਕਰਦਾ ਜੋ ਉਹਨੂੰ ਠੀਕ ਲੱਗਦੀ ਹੈ। ਸੋ ਇਹਨਾਂ ਬੱਚਿਆਂ ਨੂੰ ਚੇਂਜ ਕਰਨਾ ਜਾਂ ਠੀਕ ਕਰਨਾ ਥੋੜ੍ਹਾ ਜਿਹਾ ਚੈਲੰਜਿੰਗ ਹੁੰਦਾ, ਬਟ ਇਹ ਨਹੀਂ ਹੈ ਕਿ ਉਹ ਹੋ ਨਹੀਂ ਸਕਦੇ। ਉਹਨਾਂ ਨੂੰ ਕਹੋ ਕਿ ਤੁਸੀਂ ਕਿਸੇ ਨਾ ਕਿਸੇ ਸਾਈਕੋਲੋਜਿਸਟ ਨਾਲ ਜਾਂ ਸਾਈਕੈਟਰਿਸਟ ਨਾਲ ਸੰਪਰਕ ਕਰੋ ਅਤੇ ਉਹ ਦੇ ਕੈਨ ਗਾਈਡ ਦੈਮ ਕਿ ਆਪਾਂ ਇਹਨੂੰ ਹੌਲੀ ਕਿਵੇਂ ਚੇਂਜ ਕਰ ਸਕਦੇ। ਫੋਨ ਲਾਈਨ 'ਤੇ ਅੱਗੇ ਨੇ ਜੀ ਸਾਡੇ ਨਾਲ ਰੋਹਿਤ ਜੀ। ਹਾਈ, ਗੁੱਡ ਮਾਰਨਿੰਗ ਇਸ਼ਮਾਇਲ ਜੀ, ਡਾਕਟਰ ਚੀਮਾ। ਹਾਂਜੀ, ਗੁੱਡ ਮਾਰਨਿੰਗ ਜੀ। ਮੇਰਾ ਇੱਕ I have a 9-year-old boy, so he has an issue of stuttering.
ये I mean it started जब वो 3 साल का था, speech therapy, we did all that. It comes and goes. It gets worse. Like right now, it's very bad. But don't know, and it's affecting him more than anybody. Obviously, at school, he's embarrassed to open up in front of strangers because they interrupt him. They don't know how to handle it. His circle, obviously, they're used to it now. His friends, existing friends. Even we are clueless. Besides speech therapy, what do you think? Is there anything that can help him and so on? देखो स्टटरिंग स्पीच थेरेपी ਨਾਲ ठीक नहीं ਹੁੰਦੀ. ਸੌਰੀ, ਸਟਟਰਿੰਗ ਇਜ਼ ਅ ਸਾਈਕੋਲੋਜੀਕਲ ਇਸ਼ੂ. ਸਟਟਰਿੰਗ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਥੋੜ੍ਹਾ ਫਾਸਟ ਥਿੰਕ ਕਰਦਾ ਹੈ ਅਤੇ ਉਹ ਫਾਸਟ ਬੋਲਣਾ ਚਾਹੁੰਦਾ ਬਟ ਉਹਦੀ ਜ਼ੁਬਾਨ ਉਹਦਾ ਸਾਥ ਨਹੀਂ ਦਿੰਦੀ ਅਤੇ ਉਹ ਸਟਟਰ ਕਰਨਾ ਸ਼ੁਰੂ ਕਰ ਦਿੰਦੇ ਆ. ਜਿਸ ਤਰ੍ਹਾਂ ਹੀ ਉਹ ਸਟਟਰ ਕਰਦੇ ਆ ਪੀਪਲ ਸਟਾਰਟ ਅਬਜੈਕਟਿੰਗ ਇਟ ਕਿ ਤੂੰ ਦੁਬਾਰਾ ਬੋਲ ਜਾਂ ਠੀਕ ਨਹੀਂ ਬੋਲਿਆ. ਹੁਣ ਉਹਨਾਂ ਨੂੰ ਉਹਦੇ 'ਚ ਸ਼ੇਮ ਆਉਣੀ ਸ਼ੁਰੂ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਟਟਰਿੰਗ ਹੋਰ ਵਰਸ ਹੋ ਜਾਂਦੀ ਕਿਉਂਕਿ ਜਦੋਂ ਬੋਲਣ ਲੱਗਦੇ ਉਹ ਕੌਨਸ਼ੀਅਸ ਹੋ ਜਾਂਦੇ ਆ. ਸੋ ਪਹਿਲੀ ਗੱਲ ਤਾਂ ਇਹ ਹੈ ਕਿ ਉਹ 7 ਸਾਲ का बताया आपने? जी 9 ਸਾਲ. ਹਾਂ, ਸੋ 9 ਸਾਲ ਦਾ ਟਾਈਮ ਜਿਹੜਾ ਹੈ ਵਿਜ਼ਡਮ ਦਾ ਟਾਈਮ ਹੁੰਦਾ. ਸੋ ਤੁਹਾਨੂੰ 2-3 ਕੰਮ ਕਰਨੇ ਚਾਹੀਦੇ ਆ. ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਸਟਟਰਿੰਗ ਦੀ ਗੱਲ ਕਰਨੀ ਹੀ ਛੱਡ ਦਿਓ. ਜਦੋਂ ਉਹ ਬੱਚਾ ਨੋਰਮਲੀ ਗੱਲ ਕਰੇਗਾ ਉਹ ਸਟਟਰ ਨਹੀਂ ਕਰੇਗਾ. ਬਟ ਇਫ ਯੂ ਆਸਕ ਹਿਮ ਅ ਕੁਐਸਚਨ ਉਹ ਸਟਟਰ ਕਰੇਗਾ. ਜੇ ਉਹ ਗਾਣਾ ਗਾਏਗਾ ਤਾਂ ਸਟਟਰ ਨਹੀਂ ਕਰੇਗਾ, ਪਰ ਜੇ ਉਹ ਟੀਚਰ ਉਹਨੂੰ ਕਲਾਸ ਪੁੱਛੇਗੀ ਤਾਂ ਸਟਟਰ ਕਰੇਗਾ. ਸੋ ਜਿਹੜੀ ਵੀ ਮੂਵਮੈਂਟ ਉਹਦੇ ਲਈ ਕੌਨਸ਼ੀਅਸ ਹੋਏਗੀ, ਜਿਹਦੇ 'ਚੋਂ ਐਂਕਸ਼ੀਅਸ ਹੋਏਗਾ, ਸਟਟਰਿੰਗ ਵੱਧ ਜਾਏਗੀ. ਸੋ ਉਹਨੂੰ ਅਬਜੈਕਟ ਕਰਨਾ ਬਿਲਕੁਲ ਬੰਦ ਕਰ ਦਿਓ ਅਤੇ ਟਰਾਈ ਟੂ ਕਨਵੇ ਦਿਸ ਮੈਸੇਜ ਟੂ ਹਿਮ ਸਲੋਲੀ ਕਿ ਬਹੁਤ ਲੋਕ ਸਟਟਰ ਕਰਦੇ ਆ. ਕੋਈ ਉਹਨੂੰ ਐਗਜ਼ਾਮਪਲਸ ਦਿਖਾਓ, ਕੋਈ ਲੱਭੋ ਕਿਤੋਂ ਨੈੱਟ ਤੋਂ ਜਿਹੜੀਆਂ ਇੰਪੋਰਟੈਂਟ ਪਰਸਨੈਲਿਟੀਜ਼ ਨੇ ਜਿਹੜੀਆਂ ਸਟਟਰ ਕਰਦੀਆਂ ਸੀ ਬਾਅਦ 'ਚ ਹਟ ਗਈਆਂ. ਸੋ ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਕਿ ਇਹ ਉਹਦੇ ਨਾਲ ਹੀ ਰਹਿਣੀ ਆ. ਉਹਨੂੰ ਤੁਸੀਂ ਇਸ ਤਰੀਕੇ ਨਾਲ ਲਾਓਗੇ ਅਤੇ ਦੈਨ ਸਲੋਲੀ ਉਹਦੀ ਸਟਟਰਿੰਗ ਘਟਣੀ ਸ਼ੁਰੂ ਹੋ ਜਾਏਗੀ. ਬਟ ਉਹਨੂੰ ਅਬਜੈਕਟ ਕਰਨਾ ਬੰਦ ਕਰ ਦਿਓ. जी एक्चुअली हमने एग्जांपल यूज किया है उसके साथ कि जो बाइडेन president of the US, so he still stutters. But over the years, he's developed his own strategies how to overcome it. But I understand. But this is something new that जो आप कह रहे हैं कि speech therapy doesn't help because stuttering नहीं help करता. नहीं करते. Okay. हाँ, तुसी ਉਹਨੂੰ ना आप उसको बस उसको स्टटरिंग से के बारे में बात ही नहीं करनी आपने उसके साथ. उसको मैकेनिक्स समझाओ कि उनको वाई यू स्टटर बिकॉज यू बिकम एंक्शियस. ਤੁਸੀਂ ਐਂਕਸ਼ੀਅਸ ਕਿਉਂ ਹੁੰਦੇ ਹੋ, ਤੁਸੀਂ ਉਹਦੇ ਕੋਲੋਂ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਐਂਕਸ਼ੀਅਸ ਕਿਉਂ ਹੋ ਜਾਂਦਾ. ਦ ਮੂਮੈਂਟ ਯੂ ਹਿੱਟ ਔਨ ਦਾ ਪ੍ਰੋਸੈਸ ਥਿੰਗਸ ਵਿਲ ਗੈਟ ਬੈਟਰ. ਥੈਂਕ ਯੂ ਰੋਹਿਤ ਜੀ, ਬਹੁਤ ਬਹੁਤ ਸ਼ੁਕਰੀਆ. ਅਤੇ ਅੱਗੇ ਸਾਡੇ ਨਾਲ ਜੀ ਹੈਗੇ ਨੇ ਅਜੈਬ ਸਿੰਘ ਜੀ. ਅਜੈਬ ਸਿੰਘ ਜੀ. ਹਾਂਜੀ ਸਰ, ਮੇਰਾ ਕੁਐਸਚਨ ਸੁਨੀਲ ਜੀ ਥੋੜ੍ਹਾ ਜਿਹਾ ਹਟ ਕੇ ਆ ਕਿਉਂਕਿ ਮਾਨਸਿਕ ਗਰੋਥ ਦੀ ਉਹ ਗੱਲ ਚੱਲ ਰਹੀ ਆ. ਹਾਂਜੀ, ਮੇਰਾ ਕੁਐਸਚਨ ਸਰੀਰਕ ਗਰੋਥ ਤੇ ਆ, ਬੋਡੀ ਤੇ, ਕਿ ਜਿਹੜੇ ਬੱਚੇ ਇੱਥੇ ਨੇ ਉਹਨਾਂ ਨੂੰ ਵਕਤ ਤੋਂ ਪਹਿਲਾਂ ਜਦੋਂ ਅਨਸੈਸਰੀ ਗਰੋਥ ਹੋ ਜਾਂਦੀ ਹੈ, ਉਹਨਾਂ ਦੀਆਂ ਲੱਤਾਂ ਟੁੱਟਦੀਆਂ, ਦੁਖਦੀਆਂ ਨੇ. ਹਾਂਜੀ, ਇਹਦੇ ਲਈ ਡਾਕਟਰ ਚੋਪੜਾ ਨੇ ਸਟੈਂਡ ਵੀ ਲਿਆ ਸੀ. ਉਹ 2 ਡਾਕਟਰ ਸਸਪੈਂਡ ਵੀ ਹੋਏ, ਟੌਪ 5 ਸੀ ਜਿਹੜੇ, ਪਰ ਉਹ ਵੈਕਸੀਨ ਰੁਕਵਾ ਕੇ ਹਟੇ ਜਿਹੜੀ ਪਸ਼ੂਆਂ ਦੇ ਲੱਗਣੀ ਸੀ ਕਿਉਂਕਿ ਉਹਨਾਂ ਦਾ ਦੁੱਧ ਪੀ ਕੇ ਉਹ ਬੱਚਿਆਂ ਦੇ ਹਾਰਮੋਨ ਡਿਵੈਲਪ ਹੋ ਕੇ ਪਹਿਲਾਂ ਗਰੋਥ ਜ਼ਿਆਦਾ ਹੋਣੀ ਸੀ ਤੇ ਅਸਰ ਪੈਣਾ ਸੀ. 5 ਸਾਲ ਸਟਰਗਲ ਵੀ ਕੀਤੀ ਉਹਨਾਂ ਨੇ ਇਸ ਮਾਮਲੇ 'ਚ, ਤੁਹਾਨੂੰ ਪਤਾ ਹੀ ਹੋਣਾ ਸਰਕਾਰ ਨੂੰ. ਬਟ ਜਿਹੜੇ ਇੰਡੀਆ ਤੋਂ ਆਉਂਦੇ ਬੱਚੇ ਆ ਉਹ ਇੰਨੇ ਛੋਟੇ ਕੱਦ ਦੇ ਆ ਰਹੇ ਆ ਕਿ 4, 4.5, 5. ਮੈਂ ਲੈਸਨ ਦਿੰਦਾ ਹੁੰਦਾ ਸੀ ਕਾਰ ਤੇ, ਇੱਕ ਲੜਕੀ BA ਹੋਣ ਦੇ ਬਾਵਜੂਦ ਇੰਨੀ ਛੋਟੀ ਸੀ, ਮੈਨੂੰ ਮੋਟਾ ਗੱਡਾ ਉਹਦੇ ਥੱਲੇ ਦੇਣਾ ਪੈਂਦਾ ਸੀ, ਇਹਨੂੰ ਬੋਨਟ ਨਹੀਂ ਸੀ ਦਿਖਦਾ. ਤੇ ਮੈਂ ਕੈਪਟਨ ਕਰਮ ਸਿੰਘ ਪਰਮਵੀਰ ਚੱਕਰ ਪਹਿਲਾਂ ਜਿਹਨਾਂ ਨੂੰ ਮਿਲਿਆ ਉਹਦਾ ਸੈਕਟਰੀ ਰਿਹਾ, ਪਰਸਨਲ ਸਕੱਤਰ. ਉਹ ਕਹਿੰਦੇ ਜੇ ਅਸੀਂ ਭਰਤੀ ਹੁੰਦੇ ਸੀ ਤਾਂ ਜੇ ਕੋਈ ਮੁੰਡਾ ਰਹਿ ਜਾਂਦਾ ਭਰਤੀ ਹੋਣ ਦੇ ਟੈਸਟ 'ਚੋਂ, ਦੌੜ 'ਚੋਂ, ਹੋਰ 'ਚੋਂ, ਚੈਸਟ 'ਚੋਂ, ਹਾਈਟ 'ਚੋਂ, ਅਸੀਂ ਉਹਨੂੰ ਪੂਲਿਆਂ 'ਚ ਲਿਜਾ ਕੇ ਕੁੱਟਦੇ ਹੁੰਦੇ ਸੀ ਵੀ ਸਾਡੀ ਬੇਇੱਜ਼ਤੀ ਕਰਾਤੀ, ਤੂੰ ਰਹਿ ਗਿਆ 100 ਜਾਣੇ 'ਚੋਂ. ਤੇ ਹੁਣ ਹਾਲਾਤ ਇਹ ਆ ਵੀ ਇੱਕ ਲੜਕੀ ਸਾਡੇ ਸਟੂਡੈਂਟ ਆਈ, ਉਹਨਾਂ ਨੇ ਕਿਹਾ ਮਹੀਨਾ ਰੱਖੋ, ਅਸੀਂ ਰੱਖੀ. ਉਹ ਜਦੋਂ ਦੰਦ ਜੇ ਕੱਢ ਕੇ ਅੱਖਾਂ ਦੀ ਅੰਦਰ ਬਾਹਰ ਲੈ ਕੇ ਮੈਨੂੰ ਇਹ ਨਾ ਪਤਾ ਲੱਗੇ ਵੀ ਹੱਸਦੀ ਆ ਕਰਵਾਉਂਦੀ ਆ. ਜਾਣੀ ਉੱਥੇ ਦੀ ਬਿਲਕੁਲ ਗਰੋਥ ਡਾਊਨ ਹੋ ਗਈ ਬੋਡੀ ਦੀ, ਇੱਥੇ ਦੀ ਵਕਤ ਤੋਂ ਪਹਿਲਾਂ ਅਨਸੈਸਟਰੀ ਗਰੋਥ ਹੁੰਦੀ ਆ. ਇਹ ਤੋਂ ਤੇ ਚਾਨਣਾ ਪਾਓ. ਹਾਂਜੀ ਅਜੈਬ ਸਿੰਘ ਜੀ, ਮੇਰੇ ਫਾਦਰ ਸਾਹਿਬ ਵੀ ਬੱਚਿਆਂ ਦੇ ਡਾਕਟਰ ਹੈ ਪੱਟੀ, ਅਤੇ ਮੈਂ ਪਿੱਛੇ ਜਿਹੇ ਮਹੀਨਾ ਉਹਨਾਂ ਨਾਲ ਰਹਿ ਕੇ ਆਇਆ ਅਤੇ ਮੈਂ ਉਹਨਾਂ ਦੇ ਨਾਲ ਬੈਠਾ, ਮੈਂ ਕੁਛ ਪੇਸ਼ੈਂਟ ਵੀ ਦੇਖੇ. ਮੈਂ ਡਾਟਾ ਜ਼ਰੂਰ ਪੜ੍ਹਿਆ ਸੀਗਾ ਅਖਬਾਰਾਂ ਦੇ ਵਿੱਚ,
ਬਟ ਮੈਂ ਰਿਐਲਿਟੀ ਦੇਖ ਕੇ ਆਇਆ, ਉੱਥੇ ਜਿੰਨੀਆਂ ਵੀ ਮਾਵਾਂ ਉਸ ਕਮਰੇ 'ਚ ਵੜੀਆਂ ਬੱਚਾ ਲੈ ਕੇ, ਨਾ ਕਿਸੇ ਮਾਂ ਦਾ ਖੂਨ ਪੂਰਾ ਹੈ, ਨਾ ਕਿਸੇ ਬੱਚੇ ਦਾ ਖੂਨ ਪੂਰਾ ਹੈ। ਸਾਲ ਦੇ ਬੱਚੇ ਨੇ 6.5 ਕਿਲੋ ਦਾ ਵਜ਼ਨ ਹੈ। ਉਹਦਾ ਕਾਰਨ ਹੈ ਜੀ ਸਾਡੀ ਖੁਰਾਕ। ਉੱਥੇ ਜਿਹੜੀ ਖੁਰਾਕ ਮਿਲ ਰਹੀ ਹੈ ਉਹਦੇ 'ਚ ਤਾਤੀ ਹੈ ਨਹੀਂ। ਇੱਥੇ ਜਿਹੜੀ ਖੁਰਾਕ ਮਿਲ ਰਹੀ ਹੈ ਲੋਡਡ ਵਿਦ ਸ਼ੂਗਰ ਹੈ ਆਲ ਦੀ ਟਾਈਮ। ਇਹ 'ਚ ਫੈਟ ਅਤੇ ਸ਼ੂਗਰ ਦੋ ਚੀਜ਼ਾਂ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ, ਅਤੇ ਨਾਲ ਹਾਰਮੋਨਲ ਹੈ, ਉਹਦਾ ਇਫੈਕਟ ਵੀ ਹੈਗਾ ਹੀ ਹੈਗਾ, ਆਪਾਂ ਨੂੰ ਡਿਨਾਈ ਨਹੀਂ ਕਰ ਸਕਦੇ। ਸੋ ਇੱਥੇ ਕੈਲਰੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਆ, ਸਾਡੇ ਬੈਕ ਹੋਮ ਕੈਲਰੀ ਕੰਜ਼ੰਪਸ਼ਨ ਬਹੁਤ ਘੱਟ ਆ। ਸੋ ਇਹ ਬਹੁਤ ਵੱਡੀ ਡਿਸਪੈਰਿਟੀ ਆ। ਤੁਸੀਂ ਬਿਲਕੁਲ, ਤੁਹਾਡੀ ਆਬਜ਼ਰਵੇਸ਼ਨ ਇਹ ਠੀਕ ਹੈ। ਬਟ ਇਹ ਹੁਣ ਜਿਹੜੇ ਇੱਥੇ ਓਵਰਗਰੋ ਕਰ ਰਹੇ ਆ ਉਹ ਵੀ ਬਿਮਾਰ ਨੇ ਐਕਚੁਅਲੀ। ਜੇ ਤੁਸੀਂ ਥੋੜ੍ਹਾ ਜਿਹਾ ਬਰੀਕੀ ਨਾਲ ਦੇਖੋਗੇ ਤਾਂ ਉਹਨਾਂ ਨੂੰ ਵੀ ਵਡੇਰੀ ਉਮਰ 'ਚ, ਉਮਰ ਤੋਂ ਪਹਿਲਾਂ ਬਹੁਤ ਬਿਮਾਰੀਆਂ ਘੇਰ ਲੈਂਦੀਆਂ। ਜਿਹੜੇ ਉੱਥੇ ਨੇ ਉਹ ਮਤਲਬ ਪੂਰਾ ਟਾਈਮ ਹੀ ਨਹੀਂ ਪੂਰਾ ਕਰ ਪਾਉਂਦੇ, ਕਿਉਂਕਿ ਉਹਨਾਂ ਕੋਲ ਨਿਊਟ੍ਰੀਸ਼ਨਲ ਜਿਹੜੇ ਐਲੀਮੈਂਟਸ ਨੇ ਉਹੀ ਪੂਰੇ ਨਹੀਂ ਮਿਲਦੇ ਖੁਰਾਕ ਦੇ ਵਿੱਚ। ਸੋ ਦੋਵੇਂ ਪਾਸੇ ਇੰਬੈਲੈਂਸ। ਸੋ ਸਵਾਲ ਤਾਂ ਦੇਖੋ ਇਸ ਸਿਲਸਿਲੇ 'ਚ ਸਾਡੇ ਜਾਰੀ ਰਹਿਣਗੇ, ਕਿਉਂਕਿ ਹੁਣ ਅਸੀਂ ਇਹ ਹਰ ਹਫ਼ਤੇ ਗੱਲਬਾਤ ਕਰਨੀ। ਆਉਣ ਵਾਲੇ ਕੁਛ ਟਾਈਮ ਜਦੋਂ ਤੱਕ ਵੀ ਸਾਨੂੰ ਜ਼ਰੂਰਤ ਮਹਿਸੂਸ ਹੋਈ ਅਸੀਂ ਇਹਨੂੰ ਕੰਟੀਨਿਊ ਕਰ ਸਕਦੇ ਹਾਂ। ਅਤੇ ਅੱਜ ਵਾਸਤੇ ਇੰਨੇ ਕੀ ਸਵਾਲ ਨੇ। ਮਲਕੀਤ ਅਤੇ ਕੁਲਬੀਰ ਜੀ, ਤੁਹਾਡੇ ਕੋਲੋਂ ਮਾफ़ੀ ਚਾਹਾਂਗੇ। ਜਿਹੜੇ ਕੁਛ ਟੈਕਸਟ ਮੈਸੇਜਸ ਨੇ ਉਹਨਾਂ ਤੋਂ ਵੀ ਮਾफ़ੀ ਚਾਹਾਂਗੇ। ਹੋਰ ਹੁਣ ਅਸੀਂ ਨਹੀਂ ਲੈ ਸਕਦੇ, ਪਰ ਤੁਸੀਂ ਆਪਣਾ ਸਵਾਲ ਰੱਖਣਾ ਨੈਕਸਟ ਵੀਕ, ਨੈਕਸਟ ਫਰਾਈਡੇ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਅਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ। ਅਤੇ ਡਾਕਟਰ ਸਾਹਿਬ ਤੁਸੀਂ ਟਾਈਮ ਕੱਢ ਰਹੇ ਹੋ, ਅਤੇ ਇੱਕ ਕਿਸਮ ਦੀ ਮੇਰੇ ਕੋਲ ਕੁਛ ਮੈਸੇਜਸ ਨੇ ਕਿ ਤੁਸੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ। ਬਹੁਤ ਬਹੁਤ ਮਿਹਰਬਾਨੀ ਸੁਨੀਲ ਜੀ ਉਹਨਾਂ ਸਰੋਤਿਆਂ ਦਾ। ਜਿਹੜੀ ਅਸਲੀ ਪ੍ਰੋਪਰਟੀ ਆ ਉਹ ਤਾਂ ਇਹ ਆ, ਹਾਂਜੀ, ਜਿਸ ਪਾਸੇ ਬੱਚੇ ਆ, ਜਿਸ ਤੋਂ ਅਸੀਂ ਭੁੱਲੇ ਬੈਠੇ ਹਾਂ। ਬਿਲਕੁਲ ਜੀ, ਬੱਚੇ ਸਭ ਤੋਂ ਇੰਪੋਰਟੈਂਟ ਚੀਜ਼ ਨੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਸੁਨੀਲ ਜੀ।